ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੱਛ ਰੂਪ ਅਵਤਾਰ ਧਰ, ਪੁਰਖਾਰਥ ਕਰ ਵੇਦ ਉਧਾਰੇ। ਕੱਛ ਰੂਪ ਹੋਏ ਅਵਤਰੇ, ਸਾਗਰ ਮਥ ਜਗ ਰਤਨ ਪਸਾਰੇ। ਤੀਜਾ ਕਰ ਬੈਰਾਹ ਰੂਪ, ਧਰਤ ਉਧਾਰੀ ਦੈਤ ਸੰਘਾਰੇ। ਚੌਥਾ ਕਰ ਨਰ ਸਿੰਘ ਰੂਪ, ਅਸੁਰ ਮਾਰ ਪ੍ਰਹਿਲਾਦ ਉਬਾਰੇ। ਇਕ ਸੈ ਹੀ ਬ੍ਰਹਮੰਡ ਵਿੱਚ, 10 ਅਵਤਾਰ ਲਏ ਅਹੰਕਾਰੇ। ਕਰ ਬ੍ਰਹਮੰਡ ਕਰੋੜ ਜਿਨ, ਲੂਆਂ ਲੂਆਂ ਅੰਦਰ ਸੰਜਾਰੇ। ਲੱਖ ਕਰੋੜ ਇਵੇਹਿਆ, ਓਅੰਕਾਰ ਅਕਾਰ ਸਵਾਰੇ। ਚਰਨ ਕਮਲ ਗੁਰ ਅਗਮ ਅਪਾਰੇ। ਚਰਨ ਕਮਲ ਗੁਰ ਅਗਮ ਅਪਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰਗੱਦੀ 'ਤੇ ਬਿਰਾਜਮਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚੋਂ ਆਪ ਜੀ ਨੇ 23ਵੀਂ ਵਾਰ ਦੀ 10ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਕੱਲ੍ਹ ਆਪਾਂ ਸਰਵਣ ਕੀਤਾ ਸੀ ਕਿ ਭਾਈ ਗੁਰਦਾਸ ਜੀ ਸਾਧ ਸੰਗਤ ਦੇ ਚਰਨਾਂ ਦੀ ਧੂੜ ਦੀ ਮਹਿਮਾ ਦਾ ਕਥਨ ਕਰਦੇ ਹੈ, ਸਤ ਸੰਗਤ ਦੀ ਮਹਾਨਤਾ ਦਰਸਾਈ ਹੈ। ਸੋ 10ਵੀਂ ਪੌੜੀ ਵਿੱਚ 11ਵੀਂ ਪੌੜੀ ਵਿੱਚ ਸਾਨੂੰ ਦੱਸ ਰਹੇ ਹੈ, ਗੁਰੂ ਸਾਹਿਬ ਦੇ ਚਰਨ ਦੁਰਲੱਭ ਹਨ। ਸਤਿਗੁਰੂ ਦੇ ਚਰਨਾਂ ਦੀ ਸ਼ਰਨ ਇਹ ਦੁਰਲੱਭ ਹੈ। ਬਾਕੀ ਹੋਰ ਜੋ ਕੁਝ ਵੀ ਹੈ ਉਹ ਦੁਰਲੱਭ ਨਹੀਂ, ਪਰ ਗੁਰੂ ਦੇ ਚਰਨ ਜਿਹੜੇ ਹੈ ਉਹ ਦੁਰਲੱਭ ਹਨ। ਵਿਰਲੇ ਨੇ ਸਤਿਪੁਰਸ਼ ਜਿਨ੍ਹਾਂ ਨੂੰ ਸਤਿਗੁਰੂ ਦੇ ਚਰਨਾਂ ਦੀ ਸ਼ਰਨ ਪ੍ਰਾਪਤ ਹੋਈ ਹੈ ਔਰ ਗੁਰੂ ਚਰਨਾਂ ਦੀ ਛੂਹ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਸਵਾਰ ਲਿਆ ਹੈ। ਸੋ ਆਓ ਭਾਈ ਗੁਰਦਾਸ ਸਾਹਿਬ ਜੀ ਕੁਝ ਕਥਾਵਾਂ ਦਾ ਜ਼ਿਕਰ ਕਰਕੇ ਗੁਰੂ ਚਰਨਾਂ ਦੀ ਮਹਾਨਤਾ ਦੱਸਦੇ ਹੈ। ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਸਰਵਣ ਕਰੀਏ। ਵਾਹਿਗੁਰੂ ਸਾਹਿਬ ਜੀ। ਮੱਛ ਰੂਪ ਅਵਤਾਰ ਧਰ, ਪੁਰਖਾਰਥ ਕਰ ਵੇਦ ਉਧਾਰੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਵੇਖੋ ਵਿਸ਼ਨੂੰ ਨੇ ਅਵਤਾਰ ਧਾਰੇ ਹੈ
ਵਿਸ਼ਨੂੰ ਨੇ ਮੱਛ ਰੂਪ ਦਾ ਅਵਤਾਰ ਧਾਰ ਕੇ ਪੁਰਖਾਰਥ ਕਰ, ਪੁਰਖਾਰਥ ਕਹਿੰਦੇ ਉਦਮ ਕਰਕੇ ਜਾਂ ਬਲ ਕਰਕੇ, ਉਦਮ ਕਰਕੇ ਵੇਦ ਉਧਾਰੇ, ਵੇਦਾਂ ਦਾ ਉਧਾਰ ਕੀਤਾ। ਜਿਹੜੇ ਵੇਦ ਸੀ ਨਾ ਇਹ ਵਾਪਸ ਲਿਆ ਕੇ ਦਿੱਤੇ ਸੀ। ਕਲਗੀਧਰ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਵਿੱਚ ਜਿੱਥੇ ਮੱਛ ਅਵਤਾਰ ਦਾ ਕਥਨ ਕੀਤਾ ਹੈ, ਸਤਿਗੁਰੂ ਲਿਖਦੇ ਹੈ, ਸੰਖਾਸੁਰ ਮਾਰੇ ਵੇਦ ਉਧਾਰੇ, ਸਤਰ ਸੰਘਾਰੇ ਜਸ ਲੀਨੋ। ਸੰਖਾਸੁਰ ਇੱਕ ਦੈਂਤ ਸੀ ਤੇ ਇਹ ਵੇਦਾਂ ਨੂੰ ਲੈ ਕੇ ਸਮੁੰਦਰ ਵਿੱਚ ਗਹਿਰਾਈ ਵਿੱਚ ਚਲਿਆ ਗਿਆ ਸੀ। ਤਾਂ ਫਿਰ ਵਿਸ਼ਨੂੰ ਨੇ ਮੱਛ ਅਵਤਾਰ ਧਾਰਿਆ, ਸਮੁੰਦਰ ਦੇ ਵਿੱਚ ਇਸ ਸੰਖਾਸੁਰ ਦੈਂਤ ਨੂੰ ਮਾਰ ਕੇ ਵੇਦ ਵਾਪਸ ਲਿਆ ਕੇ ਬ੍ਰਹਮੇ ਨੂੰ ਦਿੱਤੇ ਸੀ। ਸੋ ਉਹਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਆ ਵੀ ਮੱਛ ਰੂਪ ਦਾ ਅਵਤਾਰ ਧਾਰ ਕੇ ਪੁਰਖਾਰਥ ਕਰ, ਯਤਨ ਕਰਕੇ ਵੇਦਾਂ ਦਾ ਉਧਾਰ ਕੀਤਾ, ਵੇਦ ਵਾਪਸ ਲਿਆ ਕੇ ਦਿੱਤੇ ਸੀ। ਕੱਛ ਰੂਪ ਹੋਏ ਅਵਤਰੇ, ਸਾਗਰ ਮਥ ਜਗ ਰਤਨ ਪਸਾਰੇ। ਫਿਰ ਕੱਛ ਰੂਪ ਧਾਰ ਕੇ ਸਮੁੰਦਰ ਨੂੰ ਰਿੜਕਿਆ। ਜਦੋਂ ਦੇਵਤਿਆਂ ਤੇ ਦੈਂਤਾਂ ਨੇ ਸਮੁੰਦਰ ਰਿੜਕਿਆ ਤੇ ਮੰਦਿਆਚਲ ਪਰਬਤ ਦੀ ਮਧਾਣੀ ਪਾਈ, ਉਹ ਟਿਕਦੀ ਨਹੀਂ ਸੀ, ਹੇਠਾਂ ਧੱਸਦੀ ਜਾਂਦੀ ਸੀ। ਤਾਂ ਫਿਰ ਵਿਸ਼ਨੂੰ ਨੇ ਕੱਛ ਅਵਤਾਰ ਧਾਰਿਆ ਕੱਛੂ ਦਾ। ਉਹਦੇ ਉੱਤੇ ਫਿਰ ਉਹ ਮਧਾਣੀ ਜਿਹੜੀ ਪਰਬਤ ਦੀ ਪਹਾੜ ਦੀ ਵੱਡੀ ਸੀ ਰੱਖੀ ਗਈ, ਸਮੁੰਦਰ ਨੂੰ ਰਿੜਕਿਆ ਗਿਆ, 14 ਰਤਨ ਨਿਕਲੇ ਜਗਤ ਦੇ ਵਿੱਚ ਜਿਹੜੇ ਫੈਲੇ ਪਸਾਰੇ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕੱਛ ਰੂਪ ਅਵਤਾਰ ਧਾਰ ਕੇ ਸਮੁੰਦਰ ਨੂੰ ਰਿੜਕ ਕੇ ਜਗਤ ਦੇ ਵਿੱਚ ਰਤਨਾਂ ਦਾ ਪਸਾਰ ਕੀਤਾ। ਤੀਜਾ ਕਰ ਬੈਰਾਹ ਰੂਪ, ਧਰਤ ਉਧਾਰੀ ਦੈਤ ਸੰਘਾਰੇ। ਤੀਜਾ ਬਹਿਰਾ ਦਾ, ਸੂਰ ਦਾ ਅਵਤਾਰ ਧਾਰ ਕੇ ਧਰਤੀ ਦੀ ਰੱਖਿਆ ਕੀਤੀ, ਦੈਂਤਾਂ ਨੂੰ ਮਾਰਿਆ ਤੇ ਧਰਤੀ ਨੂੰ ਪਤਾਲ ਦੇ ਵਿੱਚੋਂ ਲਿਆ ਕੇ ਜੋ ਕਸ਼ਮੀਰ ਦੀ ਮੁਲਤਾਨ ਦੀ ਧਰਤੀ ਇਹ ਟਿਕਾਈ। ਚੌਥਾ ਕਰ ਨਰ ਸਿੰਘ ਰੂਪ, ਅਸੁਰ ਮਾਰ ਪ੍ਰਹਿਲਾਦ ਉਬਾਰੇ। ਚੌਥਾ ਨਰਸਿੰਘ ਰੂਪ ਅਵਤਾਰ ਧਾਰਿਆ ਵਿਸ਼ਨੂੰ ਨੇ। ਨਰਸਿੰਘ ਜਿਹਦਾ ਸਰੀਰ ਜਿਹੜਾ ਸੀ ਉਹ ਪੁਰਸ਼ ਦਾ ਸੀ, ਮਨੁੱਖ ਦਾ ਸੀ, ਤੇ ਸਿਰ ਸ਼ੇਰ ਦਾ ਸੀ। ਸੋ ਚੌਥਾ ਨਰਸਿੰਘ ਰੂਪ ਦਾ ਅਵਤਾਰ ਧਾਰਿਆ, ਅਸੁਰ ਮਾਰ ਤੇ ਦੈਂਤ ਜਿਹੜਾ ਸੀ ਹਰਣਾਕਸ਼, ਉਹਨੂੰ ਮਾਰ ਕੇ ਪ੍ਰਹਿਲਾਦ ਉਬਾਰੇ, ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ, ਉਹਨੂੰ ਬਚਾਇਆ। ਇੱਕ ਸਹਿ ਬ੍ਰਹਿਮੰਡ ਵਿੱਚ 10 ਅਵਤਾਰ ਲਏ ਅਹੰਕਾਰੇ। ਭਾਈ ਗੁਰਦਾਸ ਜੀ ਕਹਿੰਦੇ ਇਸ ਇੱਕੋ ਹੀ ਬ੍ਰਹਿਮੰਡ ਦੇ ਵਿੱਚ ਇਹ ਜਿਹੜੇ ਅਵਤਾਰ ਹੋਏ ਆ ਨਾ ਵਿਸ਼ਨੂੰ ਦੇ, ਇਹ ਇਸ ਬ੍ਰਹਿਮੰਡ ਵਿੱਚ ਹੋਏ, ਕਿਸੇ ਦੂਜੇ 'ਚ ਨਹੀਂ। ਇਸ ਇੱਕੋ ਬ੍ਰਹਿਮੰਡ ਦੇ ਵਿੱਚ 10 ਅਵਤਾਰ ਵਿਸ਼ਨੂੰ ਨੇ ਹੰਕਾਰ ਦੇ ਸਹਿਤ ਲਏ। ਹੰਕਾਰ ਵਿਸ਼ਨੂੰ ਦੇ ਅੰਦਰੋਂ ਵੀ ਗਿਆ ਨਹੀਂ, ਅਥਵਾ ਇਸ ਇੱਕੋ ਬ੍ਰਹਿਮੰਡ ਦੇ ਵਿੱਚ 10 ਅਵਤਾਰ ਲਏ। ਲੋਕ ਜਿਹੜੇ ਆ ਨਾ ਇਸ ਗੱਲ ਦਾ ਹੰਕਾਰ ਕਰਦੇ ਆ ਜੀ, ਵੇਖੋ ਵਿਸ਼ਨੂੰ ਨੇ 10 ਅਵਤਾਰ ਲਏ, ਕਿੰਨਾ ਵੱਡਾ ਸੀ, ਬੜਾ ਵੱਡਾ ਸੀ। ਸੋ ਇਸ ਗੱਲ ਦਾ ਹੰਕਾਰ ਕਰਦੇ ਹੈ। ਕਰ ਬ੍ਰਹਿਮੰਡ ਕਰੋੜ ਜਿਨ, ਲੂੰ ਲੂੰ ਅੰਦਰ ਸੰਜਾਰੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਸ ਪਰਮੇਸ਼ਰ ਨੇ ਕਰੋੜਾਂ ਹੀ ਬ੍ਰਹਿਮੰਡ ਸਿਰਜੇ ਹੈ, ਕਰ ਬ੍ਰਹਿਮੰਡ ਕਰੋੜ ਜਿਨ, ਜਿਹਨੇ ਕਰੋੜਾਂ ਬ੍ਰਹਿਮੰਡ ਸਿਰਜ ਕੇ
ਤੇ ਆਪਣੇ ਇੱਕ ਇੱਕ ਰੋਮ ਦੇ ਵਿੱਚ ਉਹਨੇ ਸਮਾਏ ਹੋਏ ਹੈ, ਰੱਖੇ ਹੋਏ ਹੈ। ਕਹਿੰਦੇ ਉਸ ਪਰਮਾਤਮਾ ਵੱਲ ਵੇਖੋ, ਕਰੋੜਾਂ ਬ੍ਰਹਿਮੰਡਾਂ ਨੂੰ ਸਿਰਜ ਕੇ ਆਪਣੇ ਇੱਕ ਇੱਕ ਰੋਮ ਵਿੱਚ ਰੱਖਿਆ, ਪਰ ਫਿਰ ਵੀ ਹੰਕਾਰ ਨਹੀਂ ਕੀਤਾ। ਤੇ ਵਿਸ਼ਨੂੰ ਨੇ 10 ਅਵਤਾਰ ਲਏ, ਹੰਕਾਰ ਦੇ ਸਹਿਤ ਲਏ। ਔਰ ਲੋਕ ਵੀ ਇਸ ਗੱਲ ਦਾ ਹੰਕਾਰ ਕਰਦੇ ਹੈ ਜੀ, ਵਿਸ਼ਨੂੰ ਬੜਾ ਵੱਡਾ ਹੈ। ਭਾਈ ਗੁਰਦਾਸ ਜੀ ਕਹਿੰਦੇ ਵੱਡਾ ਤੇ ਰੱਬ ਹੈ, ਪਰਮੇਸ਼ਰ ਹੈ। ਵਿਸ਼ਨੂੰ ਨੇ ਤਾਂ ਇਸ ਬ੍ਰਹਿਮੰਡ ਵਿੱਚ 10 ਅਵਤਾਰ ਲਏ, ਉਹ ਵੀ ਹੰਕਾਰ ਸਹਿਤ। ਪਰਮਾਤਮਾ ਉਹਨੇ ਕਰੋੜਾਂ ਬ੍ਰਹਿਮੰਡ ਸਿਰਜੇ ਬਣਾਏ ਹੈ, ਤੇ ਆਪਣੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਹੀ ਬ੍ਰਹਿਮੰਡ ਉਹਨੇ ਰੱਖੇ ਹੈ, ਟਿਕਾਏ ਹੈ। ਲੱਖ ਕਰੋੜ ਇਵੇਹਿਆ, ਓਅੰਕਾਰ ਅਕਾਰ ਸਵਾਰੇ। ਤੇ ਇਹੋ ਜਿਹੇ ਲੱਖਾਂ ਹੀ ਕਰੋੜਾਂ ਆਕਾਰ ਪਰਮਾਤਮਾ ਨੇ ਸਵਾਰੇ ਹੈ। ਵਾਹਿਗੁਰੂ ਨੇ ਇਹੋ ਜਿਹੇ, ਮਤਲਬ ਉਹਦੇ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਹਨ, ਤੇ ਪਰਮਾਤਮਾ ਨੇ ਇਹੋ ਜਿਹੇ ਅਨੇਕਾਂ ਹੀ ਆਕਾਰ ਸਵਾਰੇ ਹੈ, ਕਰੋੜਾਂ ਹੀ, ਜਿਨ੍ਹਾਂ ਦਾ ਕੋਈ ਅੰਤ ਨਹੀਂ। ਕਿੱਡਾ ਵੱਡਾ ਹੈ, ਪਰ ਫਿਰ ਵੀ ਪਰਮੇਸ਼ਰ ਦੇ ਅੰਦਰ ਹੰਕਾਰ ਨਹੀਂ ਹੈ। ਚਰਨ ਕਮਲ ਗੁਰ ਅਗਮ ਅਪਾਰੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ, ਗੁਰੂ ਸਾਹਿਬ ਦੇ ਚਰਨ ਕਮਲ ਅਗਮ, ਗਮਤਾ ਤੋਂ ਰਹਿਤ ਤੇ ਅਪਾਰ ਹਨ, ਜਿਨ੍ਹਾਂ ਦੀ ਰੀਸ ਨਹੀਂ ਹੋ ਸਕਦੀ। ਅਵਤਾਰਾਂ ਦਾ ਅੰਤ ਪਾਇਆ ਜਾ ਸਕਦਾ। ਵਿਸ਼ਨੂੰ ਨੇ ਅਵਤਾਰ ਧਾਰੇ ਹੰਕਾਰ ਸਹਿਤ, ਉਹਨਾਂ ਅਵਤਾਰਾਂ ਦਾ ਅੰਤ ਪਾਇਆ ਜਾ ਸਕਦਾ ਹੈ, ਪਰ ਗੁਰੂ ਸਾਹਿਬ ਦੇ ਚਰਨ ਦੁਰਲੱਭ ਹਨ, ਅਗਮ ਅਪਾਰ ਹਨ। ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੀ ਮਹਿਮਾ ਵੱਡੀ ਹੈ, ਵਡਿਆਈ ਵੱਡੀ ਹੈ। ਪੂਰਨ ਤੌਰ 'ਤੇ ਗੁਰੂ ਚਰਨਾਂ ਦੀ ਉਪਮਾ ਵਡਿਆਈ ਨਹੀਂ ਕੀਤੀ ਜਾ ਸਕਦੀ। ਸੋ ਇਸ ਲਈ ਗੁਰ ਪਰਮੇਸ਼ਰ ਏਕੋ ਜਾਣ। ਭਾਈ ਗੁਰਦਾਸ ਸਾਹਿਬ ਜੀ ਦੱਸਦੇ ਆ ਸਾਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲ ਜਦੋਂ ਹਿਰਦਾ ਨਿਰਮਲ ਹੋ ਜਾਂਦਾ ਨਾ, ਉਦੋਂ ਲੱਭਦੇ ਹੈ। ਸੋ ਇਸ ਲਈ ਗੁਰੂ ਦੇ ਚਰਨ ਕਮਲ ਦੁਰਲੱਭ ਹਨ, ਅਵਤਾਰ ਦੁਰਲੱਭ ਨਹੀਂ। ਗੁਰੂ ਦੇ ਚਰਨਾਂ ਦੀ ਮਹਿਮਾ ਦੱਸੀ ਇਸ ਪੌੜੀ ਵਿੱਚ ਭਾਈ ਗੁਰਦਾਸ ਜੀ ਨੇ। ਅਗਲੀ ਪੌੜੀ ਵਿੱਚ ਦੱਸਦੇ ਹੈ, ਗੁਰੂ ਸਾਹਿਬ ਦੇ ਚਰਨ ਸਭ ਤੋਂ ਸ੍ਰੇਸ਼ਟ ਹਨ, ਮਹਾਨ ਹਨ। ਸ਼ਾਸਤਰ ਵੇਦ ਪੁਰਾਣ ਸਭ, ਸੁਣ ਸੁਣ ਆਖਣ ਆਖ ਸੁਣਾਵਹਿ। ਭਾਈ ਗੁਰਦਾਸ ਸਾਹਿਬ ਫਰਮਾਉਂਦੇ ਹੈ ਵੀ ਸ਼ਾਸਤਰਾਂ ਨੂੰ, ਵੇਦਾਂ ਨੂੰ, ਪੁਰਾਣਾਂ ਨੂੰ, ਇਹਨਾਂ ਦੇ ਵਖਿਆਨ ਸੁਣ ਸੁਣ ਕੇ ਲੋਕ ਅੱਗੇ ਹੋਰਾਂ ਨੂੰ ਸੁਣਾਉਂਦੇ ਹੈ। 6 ਸ਼ਾਸਤਰ, 4 ਵੇਦ, 18 ਪੁਰਾਣ। ਸੋ ਇਹਨਾਂ ਦੀਆਂ ਕਥਾਵਾਂ ਨੂੰ ਸੁਣ ਕੇ, ਵਿਦਵਾਨਾਂ ਪਾਸੋਂ ਸੁਣ ਕੇ, ਤੇ ਲੋਕ ਅੱਗੇ ਹੋਰਾਂ ਨੂੰ ਸੁਣਾਉਂਦੇ ਹੈ, ਵਖਿਆਨ ਕਰ ਕਰਕੇ ਦੱਸਦੇ ਹੈ। ਰਾਗ ਨਾਦ ਸੰਗੀਤ ਲਖ, ਅਨਹਦ ਧੁਨ ਸੁਣ ਸੁਣ ਗੁਣ ਗਾਵਹਿ। ਰਾਗ ਨਾਦ ਸੰਗੀਤ ਲਖ, ਰਾਗਾਂ ਦੇ ਨਾਦ ਸ਼ਬਦ, ਰਾਗਾਂ ਦੀ ਧੁਨੀ, ਲੱਖਾਂ ਹੀ ਜਿਹੜੇ ਸੰਗੀਤਕਾਰ ਹਨ, ਉਹ ਰਾਗਾਂ ਦੀ ਧੁਨੀ ਪ੍ਰਗਟ ਕਰਦੇ ਹੈ, ਵਜਾਉਂਦੇ ਹੈ। ਔਰ ਇੱਕ ਰਸ ਜਿਹੜੀ ਧੁਨੀ ਹੈ, ਉਹਨੂੰ ਸੁਣ ਸੁਣ ਕੇ ਲੋਕ ਫਿਰ ਉਹਦਾ ਜਸ ਕਰਦੇ ਹੈ ਵੀ ਇਸ ਰਾਗ ਦੀ ਧੁਨੀ ਨੇ ਮਸਤ ਕਰ ਦਿੱਤਾ। ਇਹ ਰਾਗ ਦੀ ਧੁਨੀ ਸੁਣੀ, ਆਪਾ ਭੁੱਲ ਗਿਆ। ਸੋ ਲੱਖਾਂ ਹੀ ਸੰਗੀਤਕਾਰ ਰਾਗਾਂ ਦੀ ਇੱਕ ਰਸ ਧੁਨੀ ਨੂੰ ਪੈਦਾ ਕਰਕੇ ਸੁਣਾਉਂਦੇ ਹੈ, ਅਤੇ ਲੋਕ ਸੁਣ ਸੁਣ ਕੇ ਫਿਰ ਉਹਨਾਂ ਦੇ ਗੁਣ ਗਾਉਂਦੇ ਹੈ। ਸੋ ਇੱਥੇ 2 ਵਾਰ ਇਹ ਸ਼ਬਦ ਹੈ, ਸੁਣ ਸੁਣ ਗੁਣ ਗਾਵਹਿ। ਸੇਖ ਨਾਗ ਲਖ ਲੋਮਸਾ, ਅਵਗਤ ਗਤ ਅੰਦਰ ਲਿਵ ਲਾਵਹਿ। ਲੱਖਾਂ ਹੀ ਸ਼ੇਸ਼ ਨਾਗ ਤੇ ਲੱਖਾਂ ਹੀ
ਲੋਮਸ਼ ਰਿਸ਼ੀ ਵਰਗੇ। ਲੋਮਸ ਇੱਕ ਰਿਸ਼ੀ ਦਾ ਨਾਮ ਹੈ। ਭਾਈ ਗੁਰਦਾਸ ਜੀ ਕਹਿੰਦੇ ਲੱਖਾਂ ਸ਼ੇਸ਼ ਨਾਗ, ਲੱਖਾਂ ਹੀ ਲੋਮਸ ਰਿਸ਼ੀ, ਅਵਗਤ ਗਤ, ਇਹ ਅਕਾਲ ਪੁਰਖ ਦੇ ਗਤੀ ਜੋ ਜਾਣੀ ਨਹੀਂ ਜਾ ਸਕਦੀ, ਉਸ ਅਕਾਲ ਪੁਰਖ ਦੇ ਵਿੱਚ ਲਿਵ ਲਾਉਂਦੇ ਹੈ, ਉਹਦਾ ਧਿਆਨ ਧਰਦੇ ਹੈ। ਬ੍ਰਹਮੇ ਬਿਸ਼ਨ ਮਹੇਸ਼ ਲਖ, ਗਿਆਨ ਧਿਆਨ ਤਿਲ ਅੰਤ ਨ ਪਾਵਹਿ। ਇਸੇ ਤਰ੍ਹਾਂ ਲੱਖਾਂ ਬ੍ਰਹਮੇ, ਵਿਸ਼ਨੂੰ ਅਤੇ ਸ਼ਿਵ ਜੀ, ਇਹ ਪਰਮਾਤਮਾ ਦੇ ਗਿਆਨ ਧਿਆਨ ਦਾ ਤਿਲ ਜਿੰਨਾ ਵੀ ਅੰਤ ਨਹੀਂ ਪਾ ਸਕਦੇ। ਇੱਕ ਤਿਲ ਮਾਤਰ ਵੀ, ਤਿਲ ਦਾ ਦਾਣਾ ਕਿੰਨਾ ਛੋਟਾ ਹੁੰਦਾ ਹੈ। ਰੱਬ ਦਾ ਗਿਆਨ, ਉਹਦਾ ਧਿਆਨ, ਲੱਖਾਂ ਬ੍ਰਹਮੇ ਵਿਸ਼ਨੂੰ ਸ਼ਿਵ ਜੀ, ਤਿਲ ਜਿੰਨਾ ਵੀ ਉਹਦਾ ਅੰਤ ਨਹੀਂ ਪਾ ਸਕਦੇ ਹਨ। ਦੇਵੀ ਦੇਵ ਸਰੇਵ ਦੇ, ਅਲਖ ਅਭੇਵ ਨ ਸੇਵ ਪੁਜਾਵਹਿ। ਦੇਵੀਆਂ ਦੇਵਤੇ ਸਾਰੇ ਉਹਨੂੰ ਸੇਵਦੇ ਹੈ, ਸਿਮਰਦੇ ਹੈ, ਰੱਬ ਨੂੰ ਸਾਰੇ ਪੂਜਦੇ ਹੈ, ਉਹਦਾ ਧਿਆਨ ਧਰਦੇ ਹੈ। ਪਰ ਜਿਹੜਾ ਅਲਖ ਅਭੇਵ ਹੈ ਨਾ ਪਰਮਾਤਮਾ, ਨਾ ਸੇਵ ਪੁਜਾਵਹਿ, ਸੇਵਾ ਕਰਕੇ ਉਹਦੇ ਤੱਕ ਪੁੱਜ ਨਹੀਂ ਸਕਦੇ। ਉਹ ਐਸਾ ਬੇਅੰਤ ਹੈ। ਹਾਂ, ਜਦੋਂ ਉਹ ਕਿਰਪਾਲੂ ਹੋਵੇ, ਮਿਹਰ ਕਰੇ, ਬਖਸ਼ਿਸ਼ ਕਰੇ, ਫਿਰ ਉਹ ਆਪਣਾ ਮਿਲਾਪ ਬਖਸ਼ ਦਿੰਦਾ ਹੈ। ਅਤੇ ਜੇ ਕਵੇ ਵੀ ਮੈਂ ਆਪਣੇ ਹੀ ਬਲ ਦੇ ਨਾਲ ਪਹੁੰਚ ਜਾਵਾਂ, ਤਾਂ ਨਹੀਂ। ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਦੇਵੀਆਂ ਦੇਵਤੇ ਲੱਖਾਂ ਹੀ ਜਿਹੜੇ ਉਹਨੂੰ ਧਿਆਉਂਦੇ ਹੈ, ਉਹਦਾ ਭੇਦ ਨਹੀਂ ਪਾ ਸਕਦੇ, ਔਰ ਸੇਵਾ ਕਰਕੇ ਉਹਦੇ ਤਾਈਂ ਆਪਣੇ ਬਲ ਨਾਲ ਨਹੀਂ ਪਹੁੰਚ ਸਕਦੇ। ਗੋਰਖਨਾਥ ਮਛੰਦਰ ਲਖ, ਸਾਧਕ ਸਿੱਧ ਨੇਤ ਕਰ ਧਿਆਵਹਿ। ਗੋਰਖਨਾਥ ਅਤੇ ਮਛੰਦਰਨਾਥ, ਇਹ ਲੱਖਾਂ ਹੀ ਗੋਰਖਨਾਥ ਵਰਗੇ ਅਤੇ ਲੱਖਾਂ ਹੀ ਮਛੰਦਰਨਾਥ ਵਰਗੇ ਸਾਧਕ ਲੋਕ, ਸਾਧਨਾ ਦੇ ਵਿੱਚ ਪੁੱਜੇ ਹੋਏ ਸਿੱਧ ਪੁਰਸ਼ ਲੱਖਾਂ ਹੀ ਨੇਤ ਕਰ ਧਿਆਵਹਿ, ਇਹ ਪਰਮਾਤਮਾ ਨੂੰ ਨੇਤ ਕਰਕੇ ਧਿਆਉਂਦੇ ਹੈ, ਬੇਅੰਤ ਬੇਅੰਤ ਕਹਿ ਕੇ ਉਹਨੂੰ ਚੇਤੇ ਕਰਦੇ ਹੈ। ਚਰਨ ਕਮਲ ਗੁਰ ਅਗਮ ਅਲਾਵਹਿ। ਪਰ ਇਹ ਸਾਰੇ ਹੀ ਜਿਹੜੇ ਹੈ ਨਾ, ਭਾਈ ਗੁਰਦਾਸ ਜੀ ਕਹਿੰਦੇ ਜਿਨ੍ਹਾਂ ਦਾ ਜ਼ਿਕਰ ਕੀਤਾ, ਰੱਬ ਨੂੰ ਚੇਤੇ ਕਰਦੇ ਹੈ, ਲੱਖਾਂ ਹੀ, ਉਹਦਾ ਅੰਤ ਨਹੀਂ ਪਾ ਸਕਦੇ। ਇਹ ਸਾਰੇ ਹੀ ਲੱਖਾਂ ਲੋਕ ਇਹੀ ਆਖਦੇ ਹੈ ਵੀ ਗੁਰੂ ਸਾਹਿਬ ਦੇ ਚਰਨ ਕਮਲ ਅਗਮ ਹਨ, ਅਗੰਮ ਹਨ। ਚਰਨ ਕਮਲ ਗੁਰ ਅਗਮ ਅਲਾਵਹਿ। ਇਹ ਸਾਰੇ ਗੁਰੂ ਦੇ ਚਰਨਾਂ ਦੀ ਮਹਾਨਤਾ ਕਹਿੰਦੇ ਹੈ ਕਿ ਗੁਰੂ ਸਾਹਿਬ ਦੇ ਚਰਨ ਮਹਾਨ ਹਨ, ਔਰ ਜਿਨ੍ਹਾਂ ਨੂੰ ਗੁਰੂ ਚਰਨਾਂ ਦੀ ਛੋਹ ਪ੍ਰਾਪਤ ਹੋ ਜਾਂਦੀ ਹੈ, ਉਹ ਪ੍ਰਭੂ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੋ ਜਾਂਦਾ ਹੈ। ਇਹ ਜਿੰਨੇ ਵੱਡਿਆਂ ਦਾ ਨਾਂ ਗਿਣਿਆ, ਇਹ ਰੱਬ ਦਾ ਅੰਤ ਨਹੀਂ ਪਾ ਸਕਦੇ। ਪਰ ਇਹਨਾਂ ਸਾਰਿਆਂ ਨੇ ਗੁਰੂ ਚਰਨਾਂ ਦੀ ਮਹਿਮਾ ਜਿਹੜੀ ਹੈ ਉਹ ਕਥਨ ਕੀਤੀ ਹੈ। ਸੋ ਭਾਈ ਗੁਰਦਾਸ ਜੀ ਦੱਸ ਰਹੇ ਨੇ ਇਸ ਪੌੜੀ ਵਿੱਚ ਕਿ ਵਾਹਿਗੁਰੂ ਜੀ ਨੂੰ ਸਾਰੇ ਉੱਚਾ ਜਾਣਦੇ ਹੈ, ਔਰ ਜਿਹੜੇ ਖੋਜੀ ਨੇ ਪਰਮਾਤਮਾ ਨੂੰ ਅਲਖ ਅਗਮ ਕਹਿੰਦੇ ਹੈ, ਅਤੇ ਫਿਰ ਵਾਹਿਗੁਰੂ ਤੋਂ ਦੂਜੇ ਦਰਜੇ 'ਤੇ ਗੁਰੂ ਨੂੰ ਜਾਣਦੇ ਹੈ। ਸਾਰੇ ਸਭ ਤੋਂ ਉੱਤੇ ਹੈ ਵਾਹਿਗੁਰੂ, ਅਤੇ ਦੂਜੇ ਥਾਂ 'ਤੇ ਗੁਰੂ ਹੈ, ਕਿਉਂਕਿ ਗੁਰੂ ਵਿਛੜੇ ਹੋਏ ਨੂੰ ਪਰਮਾਤਮਾ ਦੇ ਨਾਲ ਮਿਲਾਉਂਦਾ ਹੈ। ਹਉ ਭੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਸੋ ਗੁਰੂ ਮਿੱਤਰ ਹੈ, ਵਿਚੋਲਾ ਹੈ, ਰੱਬ ਦੇ ਨਾਲ ਮਿਲਾਪ ਕਰਾ ਦਿੰਦਾ ਹੈ। ਇਸ ਲਈ ਗੁਰੂ ਚਰਨਾਂ ਦਾ ਆਸਰਾ ਲੈਣਾ ਹੈ। ਚਰਨਾਂ ਦੀ ਮਹਿਮਾ ਅਮਿਤ ਹੈ, ਔਰ ਗੁਰੂ ਦੇ ਚਰਨ ਅਗੰਮ ਹਨ। 12ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੂੰ ਗੁਰਸਿੱਖਾਂ ਨੇ ਪੁੱਛਿਆ, ਭਾਈ ਗੁਰਦਾਸ ਜੀ, ਤੁਸੀਂ ਚਰਨਾਂ ਦੀ ਮਹਿਮਾ ਬਹੁਤ ਕਥਨ ਕਰਦੇ ਹੋ, ਗੁਰੂ ਦੇ ਚਰਨ ਪੂਜੇ ਜਾਂਦੇ ਹੈ, ਗੁਰਸਿੱਖਾਂ ਦੇ ਚਰਨ ਪੂਜੇ ਜਾਂਦੇ ਹੈ,
ਚਰਨਾਂ ਦੀ ਇੰਨੀ ਮਹਿਮਾ ਕਿਉਂ ਕਹਿੰਦੇ ਆ, ਸਾਨੂੰ ਇਹ ਦੱਸੋ। ਤਾਂ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਹੈ, ਚਰਨਾਂ ਦੀ ਮਹਿਮਾ ਇਸ ਲਈ ਹੈ ਕਿਉਂਕਿ ਇਹ ਨੀਵੇਂ ਹਨ। ਨਿਮਰਤਾ ਵਾਲਿਆਂ ਨੂੰ ਹੀ ਵਡਿਆਈ ਮਿਲਦੀ ਹੈ। ਜਿਹੜੇ ਉੱਚੇ ਹੁੰਦੇ ਆ ਨਾ, ਹੰਕਾਰੀ, ਉਹ ਕਦੇ ਪੂਜੇ ਨਹੀਂ ਜਾਂਦੇ, ਕਦੇ ਸਤਿਕਾਰੇ ਨਹੀਂ ਜਾਂਦੇ। ਸੋ ਇਸ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੱਸ ਰਹੇ ਹੈ, ਮੱਥੈ ਤਿਵੜੀ ਬਾਹਮਣੈ ਸੌਹੇ ਆਏ ਮਸਲਤ ਫੇਰੀ। ਭਾਈ ਗੁਰਦਾਸ ਸਾਹਿਬ ਨੇ ਲੋਕਾਂ ਦੀਆਂ ਮਨੌਤਾਂ ਜੋ ਸਨ, ਜਿਵੇਂ ਲੋਕ ਮੰਨਦੇ ਸੀ, ਔਰ ਫਿਰ ਜੋ ਇੱਥੋਂ ਦੇ ਸ਼ਾਸਤਰਾਂ ਦਾ ਕਥਨ ਹੈ, ਦ੍ਰਿਸ਼ਟਾਂਤ ਰੂਪ ਵਿੱਚ ਉਹਨਾਂ ਨੂੰ ਵਰਤ ਕੇ ਸਿਧਾਂਤ ਦੀ ਗੱਲ ਸਾਨੂੰ ਸਮਝਾਈ ਹੈ। ਮੱਥੈ ਤਿਵੜੀ ਬਾਹਮਣੈ ਸੌਹੇ ਆਏ ਮਸਲਤ ਫੇਰੀ। ਕਹਿੰਦੇ ਮੱਥੇ 'ਤੇ ਤਿਉੜੀ ਵਾਲਾ ਬਾਹਮਣ ਜੇ ਸਾਹਮਣਿਓਂ ਮਿਲ ਪਵੇ ਤੇ ਲੋਕ ਆਪਣੀ ਸਲਾਹ ਬਦਲ ਲੈਂਦੇ। ਤੁਰਨ ਤੋਂ ਪਹਿਲੋਂ ਉਹ ਪਿੱਛੇ ਹਟ ਜਾਂਦੇ ਆ ਵੀ ਇਹ ਅਪਸ਼ਗਨ ਹੈ। ਇਹ ਲੋਕ ਮੰਨਦੇ ਹੈ। ਗੁਰਮਤਿ ਸਿਧਾਂਤ ਜਿਹੜਾ ਨਾ, ਉਹ ਇਸ ਗੱਲ ਨੂੰ ਨਹੀਂ ਮੰਨਦਾ ਵੀ ਸਾਹਮਣਿਓਂ ਕੋਈ ਮੱਥੇ 'ਤੇ ਤਿਉੜੀ ਵਾਲਾ ਬਾਹਮਣ ਟੱਕਰ ਗਿਆ ਤੇ ਕੰਮ ਨਹੀਂ ਹੋਣਾ। ਐਸਾ ਗੁਰਮਤਿ ਨਹੀਂ ਮੰਨਦੀ। ਜਿਹੜੀਆਂ ਗੱਲਾਂ ਨੂੰ ਲੋਕ ਮੰਨਦੇ ਹੈ, ਭਾਈ ਗੁਰਦਾਸ ਸਾਹਿਬ ਨੇ ਉਹਨਾਂ ਦਾ ਜ਼ਿਕਰ ਕਰਕੇ ਸਾਨੂੰ ਸਿਧਾਂਤ ਸਮਝਾਇਆ। ਇੱਕ ਦ੍ਰਿਸ਼ਟਾਂਤ ਹੁੰਦਾ, ਇੱਕ ਸਿਧਾਂਤ ਹੁੰਦਾ। ਦ੍ਰਿਸ਼ਟਾਂਤ ਨੂੰ ਛੱਡ ਕੇ ਸਿਧਾਂਤ ਨੂੰ ਗ੍ਰਹਿਣ ਕੀਤਾ ਜਾਂਦਾ ਹੈ। ਸੋ ਲੋਕਾਂ ਦੇ ਮਨ ਵਿੱਚ ਇਹ ਸੀ। ਵੇਖੋ ਭਾਈ ਗੁਰਦਾਸ ਜੀ ਕਹਿੰਦੇ ਭਾਵੇਂ ਸਿਰ ਉੱਚਾ ਹੈ, ਕਹਿੰਦੇ ਮੱਥੇ 'ਤੇ ਤਿਉੜੀ ਵਾਲਾ ਬਾਹਮਣ ਜੇ ਸਾਹਮਣਿਓਂ ਮਿਲ ਪਿਆ ਤੇ ਲੋਕ ਆਪਣੀ ਸਲਾਹ ਬਦਲ ਲੈਂਦੇ ਹੈ, ਤੁਰਨ ਤੋਂ ਹਟ ਜਾਂਦੇ ਹੈ, ਔਰ ਇਹ ਮਨ ਵਿੱਚ ਮੰਨਦੇ ਆ ਵੀ ਇਹ ਅਪਸ਼ਗਨ ਹੈ। ਸਿਰ ਉੱਚਾ ਅਹੰਕਾਰ ਕਰ ਵਲ ਦੇ ਪੱਗ ਵਲਾਏ ਡੇਰੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਿਰ ਜਿਹੜਾ ਨਾ, ਇਹ ਹੰਕਾਰ ਕਰਕੇ ਉੱਚਾ ਹੈ। ਸਿਰ ਉੱਚਾ ਅਹੰਕਾਰ ਕਰ ਵਲ ਦੇ ਪੱਗ ਵਲਾਏ ਡੇਰੀ। ਅਤੇ ਫਿਰ ਸਿਰ ਦੇ ਉੱਤੇ ਜਿਹੜਾ ਉਹ ਕੀ ਕਰਦਾ ਹੈ ਵੀ ਵੱਟ ਚਾੜ ਕੇ ਅਤੇ ਵਿੰਗੀ ਪੱਗ ਬੰਨ੍ਹਦਾ ਹੈ, ਹੰਕਾਰ ਕਰਦਾ ਹੈ। ਇਸ ਲਈ ਸਿਰ ਜਿਹੜਾ ਨਾ ਉਹ ਪੂਜਿਆ ਨਹੀਂ ਜਾਂਦਾ। ਸਿਰ ਜਿਹੜਾ ਨਾ ਕਦੇ ਵੀ ਪੂਜਿਆ ਨਹੀਂ ਜਾਂਦਾ। ਇਹ ਉੱਚਾ ਹੈ। ਸਿਰ ਨੂੰ ਉੱਚੇ ਹੋਣ ਦਾ ਹੰਕਾਰ ਹੈ ਵੀ ਮੈਂ ਸਰੀਰ ਦੇ ਅੰਗਾਂ ਵਿੱਚੋਂ ਉੱਚਾ ਸਾਰਿਆਂ ਤੋਂ। ਸੋ ਇਸ ਲਈ ਇਹ ਸਿਰ ਪੂਜਿਆ ਨਹੀਂ ਜਾਂਦਾ, ਕਿਉਂਕਿ ਹੰਕਾਰ ਦੇ ਸਹਿਤ ਹੈ। ਅੱਖੀਂ ਮੂਲ ਨਾ ਪੂਜੀਆਂ ਕਰ ਕਰ ਵੇਖਣ ਮੇਰੀ ਤੇਰੀ। ਅੱਖਾਂ ਜਿਹੜੀਆਂ ਨੇ ਇਹ ਮੂਲੋਂ ਹੀ ਨਹੀਂ ਪੂਜੀਆਂ ਜਾਂਦੀਆਂ। ਕਦੇ ਵੇਖਿਆ ਕੋਈ ਕਿਸੇ ਦੀਆਂ ਅੱਖਾਂ ਦੀ ਪੂਜਾ ਕਰਦਾ? ਅੱਖਾਂ ਦੀ ਵੀ ਪੂਜਾ ਨਹੀਂ ਕੀਤੀ ਜਾਂਦੀ ਬਿਲਕੁਲ ਹੀ। ਕਿਉਂ? ਕਰ ਕਰ ਵੇਖਣ ਮੇਰੀ ਤੇਰੀ। ਇਹ ਮੇਰੀ ਤੇਰੀ ਕਰਕੇ ਦੁਐਤ ਨਾਲ ਵੇਖਦੀਆਂ ਅੱਖਾਂ। ਆ ਮੇਰਾ ਹੈ, ਆ ਤੇਰਾ, ਆ ਮੇਰਾ ਆਪਣਾ, ਆ ਬਗਾਨਿਆਂ ਦਾ। ਤੋ ਅੱਖਾਂ ਦੇ ਵਿੱਚ ਮੇਰ ਤੇਰ ਹੈ, ਇਹਨਾਂ ਦੇ ਵਿੱਚ ਆਪਣਤ ਹੈ, ਮੈਂ ਹੈ ਅੱਖਾਂ ਦੇ ਵਿੱਚ। ਮੇਰ ਤੇਰ ਕਰਕੇ ਵੇਖਦੀਆਂ। ਇਸ ਲਈ ਅੱਖਾਂ ਦੀ ਵੀ ਬਿਲਕੁਲ ਪੂਜਾ ਨਹੀਂ ਕੀਤੀ ਜਾਂਦੀ। ਨੱਕ ਨ ਕੋਈ ਪੂਜਦਾ ਖਾਏ ਮਰੋੜੀ ਮਣੀ ਕਨੇਰੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਨੱਕ ਹੈ, ਇਹਦੀ ਵੀ ਕੋਈ ਪੂਜਾ ਨਹੀਂ ਕਰਦਾ। ਨੱਕ ਨੂੰ ਵੀ ਕੋਈ ਨਹੀਂ ਪੂਜਦਾ। ਕਿਉਂ ਨਹੀਂ ਪੂਜਦਾ? ਕਿਉਂਕਿ ਜਦੋਂ ਬੰਦਾ ਕਿਸੇ ਨੂੰ ਵੇਖਦਾ ਨਾ ਨਫ਼ਰਤ ਦੇ ਨਾਲ, ਤੇ ਨੱਕ ਚਾੜ੍ਹਦਾ ਹੈ। ਬਹੁਤ ਮਰੋੜੀ ਖਾਂਦਾ ਇਹ ਨੱਕ, ਬਹੁਤੀ ਬੰਦਾ ਨੱਕ ਚਾੜ੍ਹਦਾ ਹੈ, ਨਫ਼ਰਤ ਕਰਦਾ ਹੈ। ਇਸ ਲਈ ਇਹ ਜਿਹੜਾ ਨੱਕ ਹੈ ਨਾ, ਇਹ ਪੂਜਿਆ ਨਹੀਂ ਜਾਂਦਾ। ਸੋ ਬੰਦੇ ਦੇ ਅੰਦਰ ਨਫ਼ਰਤ ਜਿਹੜੀ ਹੈ ਉਹ ਭਰੀ ਹੋਈ ਹੈ, ਜਿਸ ਕਰਕੇ ਉਹ ਨੱਕ ਚਾੜ੍ਹਦਾ ਹੈ। ਅਤੇ ਇਹਦੇ ਵਿੱਚ ਬਹੁਤੀ ਹੀ
ਮੈਂ ਦੀ ਮਣੀ ਹੈ ਇਸ ਨੱਕ ਵਿੱਚ, ਨੱਕ ਚਾੜ੍ਹਦਾ ਬੰਦਾ ਇਸ ਲਈ ਕੋਈ ਨੱਕ ਨੂੰ ਨਹੀਂ ਪੂਜਦਾ। ਉੱਚੇ ਕੰਨ ਨਾ ਪੂਜੀਆਂ ਉਸਤਤ ਨਿੰਦਾ ਭਲੀ ਭਲੇਰੀ। ਕੰਨ ਭਾਵੇਂ ਉੱਚੇ ਨੇ, ਸਿਰ ਦੇ ਨਾਲ ਲੱਗੇ ਐ, ਪਰ ਕੰਨਾਂ ਨੂੰ ਵੀ ਕੋਈ ਨਹੀਂ ਪੂਜਦਾ, ਕੰਨਾਂ ਦੀ ਕੋਈ ਪੂਜਾ ਨਹੀਂ ਕਰਦਾ, ਇਹ ਪੂਜੇ ਨਹੀਂ ਜਾਂਦੇ। ਕਿਉਂ? ਉਸਤਤ ਨਿੰਦਾ ਭਲੀ ਭਲੇਰੀ। ਇਹ ਜਿਹੜੇ ਕੰਨ ਨੇ ਇਹ ਉਸਤਤ ਨਿੰਦਾ ਅਤੇ ਭਲੀ ਬੁਰੀ ਗੱਲ ਨੂੰ ਹੀ ਸੁਣਨ ਦੇ ਵਿੱਚ ਲੱਗੇ ਰਹਿੰਦੇ ਹੈ। ਕੰਨਾਂ ਦੀ ਕੋਈ ਪੂਜਾ ਨਹੀਂ ਕਰਦਾ, ਕਿਸੇ ਦੀ ਚੁਗਲੀ ਸੁਣ ਲਈ, ਕਿਸੇ ਦੀਆਂ ਗੱਲਾਂ ਸੁਣ ਲਈਆਂ, ਔਰ ਕਿਸੇ ਦੀਆਂ ਝੂਠੀਆਂ ਗੱਲਾਂ ਕਈਆਂ ਦੇ ਵਿੱਚ ਹੀ ਇਹਨਾਂ ਕੰਨਾਂ ਨਾਲ ਸੁਣ ਕੇ ਬੰਦਾ ਆਪੇ ਤੋਂ ਬਾਹਰ ਹੋ ਜਾਂਦਾ ਹੈ। ਸੋ ਇਸ ਲਈ ਕੰਨ ਵੀ ਨਹੀਂ ਪੂਜੇ ਜਾਂਦੇ, ਭਾਵੇਂ ਇਹ ਉੱਚੇ ਨੇ, ਇਹ ਭਲੀ ਬੁਰੀ ਨਿੰਦਿਆ ਚੁਗਲੀ ਨਿੰਦਿਆ ਉਸਤਤ ਦੀ ਗੱਲ ਸੁਣਦੇ ਹੈ। ਬੋਲਹੁ ਜੀਭ ਨਾ ਪੂਜੀਐ ਰਸ ਕਸ ਬਹੁ ਚੱਖੀ ਦੰਦ ਘੇਰੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਫਿਰ ਜਿਹੜੀ ਜ਼ੁਬਾਨ ਹੈ ਇਹ ਵੀ ਨਹੀਂ ਪੂਜੀ ਜਾਂਦੀ, ਕਿਉਂਕਿ ਇੱਕ ਤਾਂ ਇਹ ਬੋਲਹੁ ਬੋਲਦੀ ਬਹੁਤ ਹੈ, ਇਹ ਚੁੱਪ ਨਹੀਂ ਕਰਦੀ, ਬੁੜਬੁੜ ਬਹੁਤ ਕਰਦੀ ਹੈ, ਬੋਲਹੁ ਜੀਭ ਨਾ ਪੂਜੀ ਹੈ। ਦੂਜਾ ਰਸ ਕਸ ਬਹੁ ਚੱਖੀ ਦੰਦ ਘੇਰੀ, ਬਹੁਤੇ ਰਸਾਂ ਕਸਾਂ ਨੂੰ ਸਵਾਦਾਂ ਨੂੰ ਚੱਖਦੀ ਹੈ, ਦੰਦਾਂ ਵਿੱਚ ਘੇਰੀ ਰਹਿੰਦੀ ਹੈ। ਰਸਾਂ ਦੇ ਅਧੀਨ ਹੈ ਇਹ ਜ਼ੁਬਾਨ, ਰਸ ਮਿਲਦੇ ਰਹਿਣ, ਪਦਾਰਥ ਖਾਣ ਨੂੰ ਮਿਲਦੇ ਰਹਿਣ, ਰਸ ਲੈਂਦੀ ਹੈ। ਇੱਕ ਤਾਂ ਰਸ ਲੈਂਦੀ ਦੰਦਾਂ ਵਿੱਚ ਘੇਰੀ ਹੈ, ਦੂਜਾ ਇਹ ਮਾੜੇ ਬੋਲ ਬੋਲਦੀ ਹੈ। ਸਿਆਣੇ ਕਹਿੰਦੇ ਇਹਦੇ ਵਿੱਚ ਹੱਡੀ ਕੋਈ ਨਹੀਂ ਹੁੰਦੀ, ਪਰ ਹੱਡੀਆਂ ਤੁੜਾ ਦਿੰਦੀ ਹੈ। ਜਦੋਂ ਕਿਸੇ ਨੂੰ ਗਲਤ ਬੋਲੋਗੇ, ਮਾੜਾ ਬੋਲੋਗੇ, ਦੂਜੇ ਦਾ ਹਿਰਦਾ ਦਿਖਾਉਂਦੀ ਹੈ ਮਾੜਾ ਬੋਲ ਕੇ, ਫਿੱਕੇ ਬੋਲ ਬੋਲ ਕੇ। ਬੰਦਾ ਆਪ ਤਾਂ ਅੰਦਰੋਂ ਤਪਿਆ, ਦੂਜਿਆਂ ਨੂੰ ਵੀ ਤਪਾਉਂਦਾ। ਸੋ ਇਹ ਜ਼ੁਬਾਨ ਇਸ ਲਈ ਨਹੀਂ ਪੂਜੀ ਜਾਂਦੀ। ਨੀਵੇਂ ਚਰਨ ਪੂਜ ਹੱਥ ਕੇਰੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੇਖੋ ਚਰਨਾਂ ਨੂੰ ਕਿਉਂ ਪੂਜਿਆ ਜਾਂਦਾ ਹੈ? ਕਿਉਂਕਿ ਚਰਨ ਸਾਰਿਆਂ ਤੋਂ ਨੀਵੇਂ ਹਨ। ਸਾਰੇ ਸਰੀਰ ਨੂੰ, ਸਰੀਰ ਦੇ ਅੰਗਾਂ ਨੂੰ ਛੱਡ ਕੇ ਚਰਨ ਪੂਜੇ ਜਾਂਦੇ ਹੈ। ਚਰਨ ਨੀਵੇਂ ਹਨ, ਮਤਲਬ ਜਿਹੜੇ ਨਿਮਰਤਾ ਧਾਰਨ ਕਰਨ ਵਾਲੇ ਹੈ ਨਾ, ਉਹੀ ਮਾਣ ਸਤਿਕਾਰ ਪਾਉਂਦੇ ਹੈ। ਜਿਨ੍ਹਾਂ ਨੇ ਨਿਮਰਤਾ ਦਾ ਗੁਣ ਧਾਰਨ ਕਰ ਲਿਆ ਉਹ ਦੀਨ ਦੁਨੀ ਵਿੱਚ ਪੂਜੇ ਜਾਂਦੇ ਹੈ, ਸਤਿਕਾਰੇ ਜਾਂਦੇ ਹੈ। ਸੋ ਇਸ ਲਈ ਨੀਵੇਂ ਚਰਨ ਹਨ ਜੋ ਹੱਥ ਕੇਰੀ ਹੱਥਾਂ ਦੇ ਨਾਲ ਪੂਜੇ ਜਾਂਦੇ ਹੈ। ਹਰ ਕੋਈ ਚਰਨਾਂ ਨੂੰ ਹੱਥ ਲਾਉਂਦਾ ਹੈ, ਸਤਿਕਾਰ ਕਰਦਾ ਹੈ। ਇਸ ਲਈ ਜਿਹੜੇ ਚਰਨ ਹਨ ਉਹ ਪੂਜਣਯੋਗ ਹਨ। ਨਿਮਰਤਾ ਧਾਰਨ ਕਰਕੇ ਹੀ ਵਡਿਆਈ ਪਾਈ ਜਾਂਦੀ ਹੈ। ਹੰਕਾਰੀ ਸਿਰ ਉੱਚਾ ਹੈ, ਅੱਖਾਂ, ਕੰਨ, ਨੱਕ, ਜ਼ੁਬਾਨ, ਇਹਨਾਂ 'ਚੋਂ ਕੋਈ ਅੰਗ ਨਹੀਂ ਪੂਜਿਆ ਜਾਂਦਾ, ਸਿਰਫ ਚਰਨ ਪੂਜੇ ਜਾਂਦੇ ਹਨ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਰਹਿਮਤ ਕਰਦੇ ਹੈ, ਤੂੰ ਨਿਮਰਤਾ ਦਾ ਗੁਣ ਧਾਰਨ ਕਰ। ਅਤੇ ਨਿਮਰਤਾ ਦੇ ਗੁਣ ਵਾਲੇ ਵੱਡੇ ਨੇ, ਝੁਕਣ ਵਾਲੇ ਜਿਹੜੇ ਹੈ ਉਹ ਫਲਾਂ ਦੇ ਨਾਲ, ਗੁਣਾਂ ਦੇ ਨਾਲ ਲੱਦੇ ਹੋਏ ਨੇ। ਨਿਵੈ ਸੋ ਗੌਰਾ ਹੋਏ, ਜਿਹੜਾ ਗੁਣਾਂ ਦੇ ਸਹਿਤ ਹੈ ਨਾ ਵੱਡਾ, ਉਹੀ ਨਿਉਂਦਾ ਝੁਕਦਾ ਹੈ। ਅਤੇ ਹੰਕਾਰੀ ਆਕੜਿਆ ਰਹਿੰਦਾ ਟੁੱਟ ਜਾਂਦਾ ਹੈ, ਸੋ ਖੁਆਰ ਹੋ ਜਾਂਦਾ ਹੈ। ਇਸ ਲਈ ਨਿਮਰਤਾ ਦਾ ਗੁਣ ਧਾਰਨ ਕਰਨਾ ਹੈ। ਭਾਈ ਗੁਰਦਾਸ ਜੀ ਕਹਿੰਦੇ ਤਾਂ ਚਰਨ ਪੂਜਣਯੋਗ ਹਨ, ਕਿਉਂਕਿ ਨੀਵੇਂ ਹਨ। ਇਸ ਤੋਂ ਅੱਗੇ 13ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਦ੍ਰਿਸ਼ਟਾਂਤ ਜਿਹੜਾ ਵਰਤਿਆ ਹੈ, ਸੋ ਇਸ ਨੂੰ ਸਮਝਣ ਦੀ ਲੋੜ ਹੈ। ਆਪਣੀ ਵਿੱਦਿਆ ਤੋਂ ਨਾ ਵਾਕਫ ਲੋਕ ਜਿਹੜੇ ਹੈ ਇਸ ਨੂੰ ਨਿਆਈ ਦੀ ਯੁਕਤੀ ਸਮਝ ਕੇ ਭੁਲੇਖਾ ਨਾ ਖਾ ਜਾਣ। ਇਹਦੇ ਵਿੱਚ ਬੱਕਰੀ ਦਾ ਜ਼ਿਕਰ ਕੀਤਾ ਹੈ, ਪਰ ਉਹਦੇ ਵਿੱਚੋਂ ਗੁਣ ਲਿਆ ਹੈ ਉਹਦੀ ਨਿਰਮਾਣਤਾ, ਉਹਦੀ ਨਿਮਰਤਾ। ਬੱਕਰੀ ਦਾ ਮਰਨਾ ਪਰਉਪਕਾਰ ਖਾਤਰ ਦੁੱਖ ਸਹਿਣ ਦਾ ਅਲੰਕਾਰ ਹੈ। ਸੋ ਹਾਥੀ ਅਤੇ ਸ਼ੇਰ ਜਿਹੜੇ ਉਹਨਾਂ ਨੂੰ ਹੰਕਾਰ ਹੈ, ਹਾਥੀ ਨੂੰ ਆਪਣੇ ਵੱਡੇ ਆਕਾਰ ਦਾ
ਸ਼ੇਰ ਨੂੰ ਆਪਣੇ ਬਲ ਦਾ ਤਾਣ ਹੈ, ਪਰ ਬੱਕਰੀ ਨਿਮਾਣੀ ਹੈ। ਸੋ ਆਓ ਭਾਈ ਗੁਰਦਾਸ ਸਾਹਿਬ ਜੀ ਇਸ 13ਵੀਂ ਪੌੜੀ ਵਿੱਚ ਬੱਕਰੀ ਦੇ ਅਲੰਕਾਰ ਤੋਂ ਸਾਨੂੰ ਉਪਦੇਸ਼ ਦਿੰਦੇ ਹੈ। ਹਸਤ ਅਖਾਜ ਗੁਮਾਨ ਕਰ, ਸੀਹੋ ਸਤਾਣਾ ਕੋਏ ਨਾ ਖਾਈ। ਹਸਤ ਕਹਿੰਦੇ ਹਾਥੀ ਨੂੰ। ਹਾਥੀ ਦਾ ਜਿਹੜਾ ਮਾਸ ਹੈ ਉਹ ਅਖਾਜ ਹੈ, ਅਪਵਿੱਤਰ ਹੈ। ਕਿਉਂ? ਗੁਮਾਨ ਕਰ, ਉਹ ਹੰਕਾਰ ਕਰਦਾ ਮੇਰੇ ਜਿੱਡਾ ਵੱਡਾ ਕੋਈ ਨਹੀਂ, ਮੈਂ ਵੱਡਾ, ਬਾਕੀ ਤਾਂ ਸਾਰੇ ਛੋਟੇ ਛੋਟੇ ਨੇ ਪਸ਼ੂ ਪੰਛੀ, ਮੇਰਾ ਆਕਾਰ ਬਹੁਤ ਵੱਡਾ। ਤਾਂ ਉਹਦੇ ਅੰਦਰ ਹੰਕਾਰ ਹੈ। ਉਹਦੇ ਸਰੀਰ ਦੇ ਆਕਾਰ ਤੋਂ ਕੀ ਗੁਣ ਲਿਆ? ਹੰਕਾਰ ਦਾ, ਵੀ ਉਹਦੇ ਅੰਦਰ ਹੰਕਾਰ ਹੈ, ਇਸ ਲਈ ਉਹਦੇ ਮਾਸ ਨੂੰ ਕੋਈ ਨਹੀਂ ਖਾਂਦਾ, ਅਪਵਿੱਤਰ ਜਾਣਦੇ ਹੈ। ਸੀਹੋ ਸਤਾਣਾ ਕੋਏ ਨਾ ਖਾਈ। ਅਤੇ ਜਿਹੜਾ ਸ਼ੇਰ ਹੈ ਉਹਨੂੰ ਵੀ ਸਤਾਣਾ, ਸਹਿਤ ਤਾਣ ਦੇ ਬਲ ਦੇ, ਉਹਨੂੰ ਵੀ ਆਪਣੇ ਬਲ ਦਾ ਹੰਕਾਰ ਹੈ, ਇਸ ਲਈ ਉਹਦਾ ਮਾਸ ਵੀ ਕੋਈ ਨਹੀਂ ਖਾਂਦਾ। ਹੋਏ ਨਿਮਾਣੀ ਬੱਕਰੀ, ਦੀਨ ਦੁਨੀ ਵਡਿਆਈ ਪਾਈ। ਅਤੇ ਬੱਕਰੀ ਜਿਹੜੀ ਹੈ ਨਿਰਮਾਣ ਹੈ, ਨਿਮਾਣੀ ਹੈ, ਨਿਤਾਣੀ ਹੈ, ਅਤੇ ਉਹਨੂੰ ਝਾਟੀ ਵੱਢ ਕੇ ਲੋਕ ਖਾ ਲੈਂਦੇ ਹੈ। ਮਾੜੇ ਉੱਤੇ ਹੀ ਜ਼ੋਰ ਚੱਲਦਾ ਹੈ। ਸ਼ੇਰ ਦੇ ਸਾਹਮਣੇ ਕੌਣ ਜਾਵੇ, ਕੌਣ ਸ਼ਿਕਾਰ ਕਰੇ ਸ਼ੇਰ ਦਾ, ਹਾਥੀ ਦਾ ਕੌਣ ਕਰੇ। ਸੋ ਬੱਕਰੀ ਨਿਮਾਣੀ ਹੈ ਅਤੇ ਦੀਨ ਦੁਨੀ ਵਡਿਆਈ ਪਾਈ। ਇਸੇ ਤਰ੍ਹਾਂ ਜਿਹੜੇ ਨਿਮਾਣੇ ਹੁੰਦੇ ਹੈ ਨਾ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹ ਦੀਨ ਵਿੱਚ ਵੀ ਦੁਨੀ ਵਿੱਚ ਵੀ ਵਡਿਆਈ ਪਾਉਂਦੇ। ਲੋਕ ਪਰਲੋਕ ਵਿੱਚ ਨੀਵੇਂ ਰਹਿਣ ਵਾਲਿਆਂ ਨੂੰ ਵਡਿਆਈ ਮਿਲਦੀ ਹੈ। ਮਰਣੈ ਪਰਣੈ ਮੰਨੀਐ, ਜਗ ਭੋਗ ਪਰਵਾਨ ਕਰਾਈ। ਲੋਕਾਂ ਦੀ ਗੱਲ ਦੱਸਦੇ ਹੈ ਵੀ ਲੋਕ ਜਿਹੜੇ ਆ ਨਾ ਮਰਨ ਪਰਨ ਦੇ ਵਿੱਚ ਬੱਕਰੀ ਨੂੰ ਵੀ ਮੰਨਦੇ ਵੀ ਬੱਕਰੀ ਲੈ ਆਓ ਵੱਢ ਲੈਂਦੇ ਜੀ, ਇਹ ਰਿੰਨ ਲੈਂਦੇ ਆ। ਮਰਨ ਦੇ ਵਿੱਚ ਵੀ ਅਤੇ ਪਰਣੇ ਵਿਆਹ ਸ਼ਾਦੀਆਂ ਦੇ ਵਿੱਚ ਵੀ। ਨਿਮਾਣੀ ਹੈ ਨਾ ਵਿਚਾਰੀ, ਹਰ ਕੋਈ ਝਾਟੀ ਉਹਨੂੰ ਫੜ ਲੈਂਦਾ ਹੈ। ਅਤੇ ਸਾਹਮਣੇ ਸ਼ੇਰ ਹੋਵੇ, ਪਤਾ ਵੀ ਇਹਨੇ ਤਾਂ 10 ਨੂੰ ਜ਼ਖਮੀ ਕਰਕੇ ਸੁੱਟ ਦੇਣਾ, ਸ਼ਿਕਾਰ ਕਰ ਲੈਣਾ। ਸੋ ਬੱਕਰੀ ਜਿਹੜੀ ਹੈ ਨਾ, ਉਹ ਲੋਕ ਮਰਨੇ ਪਰਣਿਆਂ ਦੇ ਵਿੱਚ ਉਹਨੂੰ ਮੰਨਦੇ ਹੈ। ਅਤੇ ਜਗ ਭੋਗ, ਕੋਈ ਯੱਗ ਕਰਨਾ ਹੋਵੇ, ਭੋਗ ਕੋਈ ਵੱਡੇ ਭੰਡਾਰੇ ਕਰਨੇ ਹੋਣ, ਉੱਥੇ ਪ੍ਰਵਾਨ ਕਰਦੇ ਆ ਇਹਨੂੰ। ਮਾਸ ਪਵਿੱਤਰ ਗ੍ਰਹਿਸਤ ਨੋ, ਆਂਦਹੁ ਤਾਰ ਵਿਚਾਰ ਵਜਾਈ। ਅਤੇ ਗ੍ਰਸਤੀ ਪਤਾ ਕੀ ਕਹਿੰਦੇ ਆ ਖਾਣ ਵਾਲੇ? ਕਹਿੰਦੇ ਬੱਕਰੀ ਦਾ ਮਾਸ ਪਵਿੱਤਰ ਹੁੰਦਾ ਜੀ, ਇਹ ਖਾ ਲਈਏ। ਲੋਕ ਕਹਿੰਦੇ ਵੇਖੋ, ਮਾਸ ਪਵਿੱਤਰ ਗ੍ਰਹਿਸਤ ਨੂੰ, ਆਂਦਹੁ ਤਾਰ ਵਿਚਾਰ ਵਜਾਈ। ਅਤੇ ਫਿਰ ਜਿਹੜੀਆਂ ਉਹਦੀਆਂ ਆਂਦਰਾਂ ਹੁੰਦੀਆਂ ਨਾ ਬੱਕਰੀ ਦੀਆਂ, ਉਹਦੀ ਤਾਰ ਬਣਦੀ ਹੈ। ਅਤੇ ਵਿਚਾਰਵਾਨ ਜਿਹੜੇ ਲੋਕ ਨੇ, ਸਾਧੂ ਲੋਕ ਨੇ, ਉਹ ਉਹਦੀ ਤਾਰ ਵਜਾਉਂਦੇ ਹੈ ਅਤੇ ਰੱਬ ਦੇ ਗੁਣ ਗਾਉਂਦੇ ਹੈ, ਪਰਮੇਸ਼ਰ ਦੀ ਭਗਤੀ ਕਰਦੇ ਹੈ। ਸੋ ਲੋਕ ਇਸ ਤਰ੍ਹਾਂ ਕਹਿੰਦੇ ਵੀ ਗ੍ਰਸਤੀਆਂ ਵਾਸਤੇ ਇਹ ਜਿਹੜੀ ਬੱਕਰੀ ਇਹਦਾ ਮਾਸ ਪਵਿੱਤਰ ਹੈ। ਇਹ ਲੋਕ ਕਹਿੰਦੇ, ਗੁਰਮਤਿ ਨਹੀਂ। ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਭਾਈ ਗੁਰਦਾਸ ਸਾਹਿਬ ਨੇ ਲੋਕਾਂ ਦੀਆਂ ਗੱਲਾਂ ਲਿਖ ਲਿਖ ਕੇ ਦੱਸਿਆ ਵੀ ਵੇਖੋ ਲੋਕੀ ਕੀ ਮੰਨਦੇ ਹੈ, ਅਤੇ ਆਪਾਂ ਲੋਕਾਂ ਦੀ ਗੱਲ ਨਹੀਂ ਮੰਨਣੀ, ਗੁਰੂ ਦੀ ਗੱਲ ਮੰਨਣੀ ਹੈ। ਆਪਾਂ ਤਾਂ ਸਿੱਖਿਆ ਲੈਣੀ, ਉਹਦੇ ਵਿੱਚੋਂ ਗੁਣ ਲੈਣਾ ਹੈ। ਕਿਉਂਕਿ ਗੁਰਮਤਿ ਨੇ ਜਿਸ ਕਿਸੇ ਨੂੰ ਵੀ ਤੱਕਣ ਵਾਸਤੇ, ਵੇਖਣ ਵਾਸਤੇ ਕਿਹਾ, ਇਹ ਕਿਹਾ ਵੀ ਤੂੰ ਉਹਦੇ ਵਿੱਚੋਂ ਗੁਣ ਗ੍ਰਹਿਣ ਕਰ। ਕੁੱਤੇ ਵਿੱਚੋਂ ਵੀ ਵੇਖ ਕੇ ਤੂੰ ਉਹਦੇ ਵਿੱਚੋਂ ਗੁਣ ਗ੍ਰਹਿਣ ਕਰ ਲੈ। ਸੁਆਮੀ ਕੋ ਗ੍ਰਹਿ ਜਿਉ ਸਦਾ ਸੁਆਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰਿ ਭਜੋ ਇੱਕ ਮਨ ਹੋਏ ਇੱਕ ਚਿੱਤ। ਦੂਜੇ ਪਾਸੇ ਲੋਭੀ ਪੁਰਸ਼ ਨੂੰ ਇਹ ਵੀ ਕਿਹਾ ਵੀ ਉਹ ਹਲਕੇ ਕੁੱਤੇ ਵਰਗਾ। ਗੱਲ ਗੁਣਾਂ ਦੀ ਕੀਤੀ ਹੈ। ਸੋ ਲੋਕ ਕਹਿੰਦੇ ਵੀ ਗ੍ਰਸਤੀਆਂ ਵਾਸਤੇ ਬੜਾ ਪਵਿੱਤਰ ਮਾਸ ਹੈ ਬੱਕਰੀ ਦਾ। ਉਹਦੀਆਂ ਫਿਰ ਆਂਦਰਾਂ ਦੀ ਤਾਰ ਬਣਦੀ ਹੈ, ਵਿਚਾਰਵਾਨ ਵਜਾਉਂਦੇ ਹੈ, ਮਸਤ ਹੁੰਦੇ ਹੈ। ਚਮੜੇ ਦੀਆਂ ਕਰ ਜੁੱਤੀਆਂ, ਸਾਧੂ ਚਰਨ ਸਰਣ ਲਿਵ ਲਾਈ। ਫਿਰ ਉਹ ਬੱਕਰੀ ਦੇ ਚਮੜੇ ਦੀਆਂ ਜੁੱਤੀਆਂ ਬਣਦੀਆਂ ਨੇ, ਸਾਧੂ ਚਰਨ ਸਰਣ ਲਿਵ ਲਾਈ।
ਤੇ ਸਾਧੂ ਲੋਕ ਆਪਣੇ ਚਰਨਾਂ ਵਿੱਚ ਪਾਉਂਦੇ ਆ ਉਹਨਾਂ ਜੁੱਤੀਆਂ ਨੂੰ। ਸ਼ਰਨ ਲਿਵ ਲਾਈ, ਤੇ ਉਹ ਸਾਧੂ ਰੱਬ ਦੀ ਸ਼ਰਨ ਵਿੱਚ ਰਹਿੰਦੇ ਹੋਏ ਮਾਲਕ ਦੇ ਚਰਨਾਂ ਵਿੱਚ ਲਿਵ ਲਾਈ ਰੱਖਦੇ ਹੈ। ਤੂਰ ਪਖਾਵਜ ਮੜੀ ਦੇ, ਕੀਰਤਨ ਸਾਧ ਸੰਗਤ ਸੁਖਦਾਈ। ਇਸੇ ਤਰ੍ਹਾਂ ਤੂਰ ਪਖਾਵਜ ਜਿਹੜੇ ਨੇ ਉਹ ਬੱਕਰੀ ਦੇ ਚੰਮ ਦੇ ਨਾਲ ਮੜੇ ਜਾਂਦੇ ਹੈ। ਤੂਰ ਜਿਹੜੇ ਅਮਰਦੰਗ ਨੇ, ਢੋਲ ਢੋਲਕੀਆਂ ਔਰ ਪਖਾਵਜ, ਇਹ ਸਾਰੇ ਮੜੇ ਜਾਂਦੇ ਹੈ। ਭਾਵ ਜਿਹੜੇ ਸਾਜ਼ ਨੇ ਨਾ ਉਹ ਇਹਦੇ ਚੰਮ ਦੇ ਨਾਲ ਮੜੇ ਜਾਂਦੇ ਹੈ। ਮਿਰਦੰਗ ਅਤੇ ਜੋੜੀਆਂ ਇਹ ਮੜੀਆਂ ਜਾਂਦੀਆਂ ਨੇ, ਤਬਲਾ। ਕੀਰਤਨ ਸਾਧ ਸੰਗਤ ਸੁਖਦਾਈ, ਅਤੇ ਫਿਰ ਉਹਨਾਂ ਸਾਜ਼ਾਂ ਦੇ ਨਾਲ ਸਾਧ ਸੰਗਤ ਦੇ ਵਿੱਚ ਕੀਰਤਨ ਹੁੰਦਾ ਹੈ, ਗੁਰੂ ਸ਼ਬਦ ਦੀ ਵਰਖਾ ਹੁੰਦੀ ਹੈ ਜੋ ਸੁਖਦਾਈ ਹੈ। ਕੀਰਤਨ ਗੁਰੂ ਦਾ ਸ਼ਬਦ ਸਾਰਿਆਂ ਨੂੰ ਸੁਖ ਦੇਣ ਵਾਲਾ ਹੈ। ਕਹਿੰਦੇ ਵੇਖੋ ਉਹ ਬੱਕਰੀ ਦੇ ਚੰਮ ਦੇ ਨਾਲ ਇਹ ਸਾਜ਼ ਮੜੇ ਗਏ, ਤੂਰ ਪਖਾਵਜ, ਔਰ ਉਹਦੀਆਂ ਅੰਦਰਾਂ ਦੀਆਂ ਤਾਰਾਂ ਬਣੀਆਂ। ਮਰਨ ਤੋਂ ਬਾਅਦ ਉਹਦੇ ਵਿੱਚੋਂ ਤੂੰ ਤੂੰ ਦੀ ਆਵਾਜ਼ ਪ੍ਰਗਟ ਹੋਈ। ਉਹ ਜਿਉਂਦੀ ਮੈਂ ਕਰਦੀ ਸੀ, ਭਾਵ ਆਪਾ ਮਾਰ ਲੈਂਦਾ ਜਦੋਂ ਬੰਦਾ, ਉਦੋਂ ਤੂੰ ਹੀ ਤੂੰ, ਹਿਰਦੇ ਦੇ ਵਿੱਚੋਂ ਇਹ ਆਵਾਜ਼ ਪ੍ਰਗਟ ਹੁੰਦੀ ਹੈ, ਪ੍ਰਭੂ ਤੂੰ ਹੀ ਤੂੰ ਹੈ। ਕਹਿੰਦੇ ਵੇਖੋ ਉਹ ਜਿਹੜੀ ਬੱਕਰੀ ਸੀ ਨਾ ਕਿੰਨੇ ਕੰਮ ਆਈ ਹੈ। ਸਾਧ ਸੰਗਤ ਵਿੱਚ ਸੁਖਦਾਈ ਕੀਰਤਨ ਹੁੰਦਾ ਸਾਜ਼ਾਂ ਨਾਲ, ਉਹਦੇ ਚੰਮ ਦੇ ਮੜੇ ਹੋਏ। ਸਾਧ ਸੰਗਤ ਸਤਿਗੁਰ ਸਰਣਾਈ, ਸਾਧ ਸੰਗਤ ਦੀ ਸ਼ਰਨ ਆਉਣਾ, ਸਤਿਗੁਰ ਦੀ ਸ਼ਰਨ ਆਉਣਾ ਹੈ। ਸਾਧ ਸੰਗਤ ਜਿਹੜੀ ਹੈ ਸਤਿਗੁਰੂ ਦੀ ਸ਼ਰਨ ਵਿੱਚ ਹੈ। ਜਿੱਥੇ ਸਤਿਗੁਰੂ ਉੱਥੇ ਹੀ ਸਾਧ ਸੰਗਤ ਹੈ। ਇਸ ਲਈ ਨਿਮਰਤਾ ਧਾਰਨ ਕਰਨ ਵਾਲੇ ਹੀ ਗੁਰੂ ਦੇ ਦਰ 'ਤੇ ਪ੍ਰਵਾਨ ਹਨ। ਜਿਨ੍ਹਾਂ ਨੇ ਨਿਮਰਤਾ ਧਾਰਨ ਕੀਤੀ ਹੈ, ਹੰਕਾਰ ਨੂੰ ਛੱਡਿਆ ਹੈ, ਉਹ ਗੁਰੂ ਦੇ ਲੇਖੇ ਲੱਗੇ ਨੇ। ਉਹਨਾਂ ਸਰੀਰ ਵੀ ਲੇਖੇ ਲਾ ਦਿੱਤੇ। ਉਹਨਾਂ ਜ਼ਿੰਦਗੀ ਦਾ ਇੱਕ ਇੱਕ ਸਵਾਸ ਨਿਮਰਤਾ ਧਾਰ ਕੇ ਗੁਰੂ ਚਰਨਾਂ ਦੇ ਨਾਲ ਜੁੜ ਕੇ ਬਤੀਤ ਕੀਤਾ ਹੈ। ਅਗਲੀ 14ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਇਸ ਮਨੁੱਖਾ ਦੇਹੀ ਬਾਰੇ ਦੱਸਦੇ ਹੈ ਵੀ ਜੇ ਬੰਦਾ ਗੁਰੂ ਚਰਨਾਂ ਦੇ ਵਿੱਚ ਆ ਜਾਵੇ ਫਿਰ ਇਹ ਸਫਲ ਹੈ। ਸਭ ਸਰੀਰ ਸਕਾਰਥੇ, ਅਤ ਅਪਵਿੱਤਰ ਸੋ ਮਾਨਸ ਦੇਹੀ। ਸਭ ਸਰੀਰ ਸਕਾਰਥੇ, ਇੱਥੇ ਪਾਠ ਸਕਾਰਥੇ ਹੈ। ਬਾਕੀ ਜਿੰਨੇ ਵੀ ਸਰੀਰ ਨੇ ਨਾ ਉਹ ਸਕਾਰਥੇ ਨੇ, ਸਫਲੇ ਨੇ। ਅਤ ਅਪਵਿੱਤਰ ਸੋ ਮਾਨਸ ਦੇਹੀ, ਇਹ ਜਿਹੜੀ ਮਨੁੱਖਾ ਦੇਹੀ ਆਹ ਸਰੀਰ ਹੈ ਨਾ ਇਹ ਬਹੁਤ ਅਪਵਿੱਤਰ ਹੈ। ਪਸ਼ੂਆਂ ਦੇ ਸਰੀਰ ਵੇਖ ਲਓ, ਉਹ ਵੀ ਸਕਾਰਥੇ ਨੇ। ਪਸ਼ੂ ਮਿਲਹਿ ਚੰਗਿਆਈਆਂ, ਖੜ ਖਾਵਹਿ ਅੰਮ੍ਰਿਤ ਦੇਹ, ਨਾਮ ਵਿਹੂਣੇ ਆਦਮੀ, ਤ੍ਰਿਗ ਜੀਵਨ ਕਰਮ ਕਰੇ। ਮਹਾਰਾਜ ਕਹਿੰਦੇ ਤੇਰੇ ਨਾਲੋਂ ਪਸ਼ੂ ਚੰਗੇ, ਘਾਹ ਖਾ ਕੇ, ਤੂੜੀ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦੇ ਐ, ਤੂੰ 36 ਤਰ੍ਹਾਂ ਦੇ ਪਕਵਾਨ ਖਾ ਕਰਕੇ ਵਿਸ਼ਟਾ ਬਣਾ ਦਿੰਦਾ ਹੈ। ਤੇਰੇ ਨਾਲੋਂ ਉਹ ਚੰਗੇ ਹੈ, ਤੂੰ ਕਰਦਾ ਕੀ ਹੈ। ਸੋ ਬਾਕੀ ਸਰੀਰ ਸਕਾਰਥੇ ਨੇ, ਸਫਲੇ ਨੇ। ਕਈਆਂ ਥਾਵਾਂ 'ਤੇ ਸਕਾਰਥੇ ਦੇ ਥਾਂ 'ਤੇ ਅਕਾਰਥੇ ਪਾਠੰਤਰ ਵੀ ਆਉਂਦਾ ਹੈ। ਸੋ ਸਕਾਰਥੇ ਇਹ ਮੁੱਖ ਪਾਠ ਹੈ। ਸਾਰੇ ਸਰੀਰ ਸਫਲੇ ਨੇ, ਪਰ ਇਹ ਮਨੁੱਖਾ ਦੇਹੀ ਬਹੁਤ ਅਪਵਿੱਤਰ ਹੈ। ਬਹੁ ਬਿੰਜਨ ਮਿਸ਼ਟਾਨ ਪਾਨ, ਹੋਏ ਮਲ ਮੂਤਰ ਕਸੂਤਰ ਇਵੇਹੀ। ਬਹੁਤੇ ਬਿੰਜਨ ਕਹਿੰਦੇ ਭੋਜਨਾਂ ਨੂੰ, ਚੰਗੇ ਚੰਗੇ ਪਕਵਾਨ ਇਹ ਦੇਹੀ ਖਾਂਦੀ ਹੈ। ਮਿਸ਼ਟਾਨ ਪਾਨ, ਮਿੱਠੇ ਪਦਾਰਥ, ਅਤੇ ਪਾਨ ਜਿਹੜੇ ਪੀਣ ਵਾਲੇ ਨੇ, ਦੁੱਧ ਹੋਇਆ, ਸ਼ਰਬਤ ਹੋਇਆ, ਸ਼ਿਕੰਜਵੀਆਂ ਬਣਾ ਕਹਿੰਦੇ ਦੇਹੀ ਪਦਾਰਥ ਖਾਂਦੀ ਹੈ। ਪੀਣ ਵਾਲੇ ਜਿਹੜੇ ਨੇ ਉਹਨਾਂ ਉਹ ਪੀਂਦੀ ਹੈ। ਹੋਏ ਮਲ ਮੂਤਰ ਕਸੂਤਰ ਇਵੇਹੀ, ਪਰ ਉਹ ਸਾਰਾ ਕੁਝ ਕੀ ਬਣ ਜਾਂਦਾ ਹੈ, ਅੰਦਰ ਜਾ ਕੇ ਮਲ ਮੂਤਰ ਬਣ ਜਾਂਦਾ ਹੈ। ਮਲ ਬਣ ਜਾਂਦਾ, ਮੂਤਰ ਬਣ ਜਾਂਦਾ। ਸੋ ਇਸ ਤਰ੍ਹਾਂ ਦੀ ਇਹ ਕਸੂਤੀ ਹੈ ਦੇਹੀ, ਇਹ ਸਾਰਾ ਕੁਝ ਕਸੂਤ ਹੋ ਜਾਂਦਾ ਹੈ। ਇੱਥੋਂ ਤੱਕ ਵੀ ਪਸ਼ੂ ਜਿਹੜੇ ਹੈ ਉਹ ਘਾਹ ਫੂਸ ਖਾਂਦੇ ਹੈ, ਉਹਨਾਂ ਦਾ ਗੋਹਾ ਤਾਂ ਲੋਕ ਵਿਹੜੇ 'ਚ ਫੇਰਦੇ ਹੈ, ਪੋਚਾ ਲਾਉਂਦੇ। ਪਰ ਮਨੁੱਖ
ਪਦਾਰਥ ਖਾ ਕੇ ਮਲ ਮੂਤਰ ਬਣ ਗਿਆ, ਸਾਰਾ ਕੁਝ ਕਸੂਤਰ ਕਰ ਦਿੱਤਾ ਇਸ ਦੇਹੀ ਨੇ, ਇੰਨੀ ਅਪਵਿੱਤਰ ਹੈ। ਪਾਟ ਪਟੰਬਰ ਵਿਗੜਦੇ, ਪਾਨ ਕਪੂਰ ਕੁਸੰਗ ਸਨੇਹੀ। ਇੱਥੋਂ ਤੱਕ ਵੀ ਪਸ਼ਮੀਨੇ ਦੇ ਰੇਸ਼ਮੀ ਵਸਤਰ ਇਸ ਸਰੀਰ 'ਤੇ ਪਾਏ ਜਾਣ, ਉਹ ਵੀ ਵਿਗੜ ਜਾਂਦੇ ਆ। ਮੁੜਕਾ ਆ ਜਾਂਦਾ ਬੰਦੇ ਨੂੰ, ਭਿੱਜ ਜਾਂਦੇ ਮੁੜਕੇ ਨਾਲ, ਉਹਨਾਂ ਕੱਪੜਿਆਂ 'ਚੋਂ ਬਦਬੂ ਆਉਣ ਲੱਗ ਪੈਂਦੀ ਹੈ। ਇਸ ਦੇਹੀ ਸਰੀਰ ਨਾਲ ਜੁੜ ਕੇ ਤਾਂ ਸਾਫ ਸੁਥਰਾ ਕੱਪੜਾ ਵੀ ਮੈਲਾ ਹੋ ਜਾਂਦਾ ਹੈ, ਅਤੇ ਬੰਦਾ ਕਾਹਦਾ ਹੰਕਾਰ ਕਰਦਾ ਹੈ। ਸੋ ਪਾਟ ਪਟੰਬਰ ਵਿਗੜਦੇ, ਪਾਨ ਕਪੂਰ ਕੁਸੰਗ ਸਨੇਹੀ। ਅਤੇ ਇਹਦੀ ਖੋਟੀ ਸੰਗਤ ਕਰਕੇ ਜਿਹੜੇ ਪਾਨ ਕਪੂਰ ਨੇ, ਪਾਨਾਂ ਦੇ ਬੀੜੇ ਜਿਹੜੇ ਹੈ, ਉਹ ਜਿਹੜੇ ਹੈ ਕਪੂਰ ਜਿਹੜੇ ਹੈ ਉਹ ਵੀ ਦੁਰਗੰਧਿਤ ਹੋ ਜਾਂਦੇ ਹੈ, ਉਹ ਵੀ ਮੈਲੇ ਹੋ ਜਾਂਦੇ ਹੈ। ਚੋਆ ਚੰਦਨ ਅਰਗਜਾ, ਹੋਏ ਦੁਰਗੰਧ ਸੁਗੰਧ ਹੋ ਰਹੀ। ਭਾਈ ਗੁਰਦਾਸ ਜੀ ਕਹਿੰਦੇ ਵੇਖੋ, ਚੋਆ ਅਤਰ ਚੰਦਨ ਹੈ ਜੋ ਸੁਗੰਧੀ ਦਿੰਦਾ, ਅਰਗਜਾ ਕਹਿੰਦੇ ਬਹੁਤ ਸਾਰੇ ਸੁਗੰਧੀ ਵਾਲੇ ਪਦਾਰਥਾਂ ਨੂੰ ਮਿਲਾ ਕੇ ਇੱਕ ਬਣਾਇਆ ਹੋਇਆ ਸੁਗੰਧੀ ਵਾਲਾ ਪਦਾਰਥ। ਸੋ ਚੋਆ ਚੰਦਨ ਅਤੇ ਅਰਗਜਾ ਸੁਗੰਧੀ ਵਾਲੇ ਇਸ ਦੇਹੀ ਦੇ ਨਾਲ ਮਿਲ ਕੇ ਉਹ ਸਾਰੇ ਦੁਰਗੰਧੀ ਵਾਲੇ ਹੋ ਜਾਂਦੇ, ਮੁਸ਼ਕ ਆਉਣ ਲੱਗ ਪੈਂਦਾ ਇਸ ਮਨੁੱਖੀ ਸਰੀਰ ਦੇ ਵਿੱਚੋਂ। ਰਾਜੇ ਰਾਜ ਕਮਾਵੰਦੇ, ਪਾਤਸ਼ਾਹ ਖਹਿ ਮੋਏ ਸਭੇ ਹੀ। ਰਾਜੇ ਲੋਕ ਰਾਜ ਭਾਗ ਕਮਾਉਂਦੇ ਹੈ, ਪਾਤਸ਼ਾਹ ਜਿਹੜੇ ਨੇ ਲੋਕ ਉਹ ਆਪੋ ਵਿੱਚ ਖਹਿ ਕੇ ਮਰਦੇ ਰਹਿੰਦੇ ਹੈ, ਹੰਕਾਰ ਕਰਦੇ ਰਹਿੰਦੇ ਹੈ। ਬੰਦਾ ਇਸ ਦੇਹੀ ਦਾ, ਸਰੀਰ ਦਾ ਹੰਕਾਰ ਕਰਦਾ ਹੈ। ਸਾਧ ਸੰਗਤ ਗੁਰ ਸਰਣ ਵਿਣ, ਨਿਹਫਲ ਮਾਨਸ ਦੇਹ ਇਵੇਹੀ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਸਾਧ ਸੰਗਤ ਅਤੇ ਗੁਰੂ ਦੀ ਸ਼ਰਨ ਤੋਂ ਬਿਨਾਂ ਇਹ ਦੇਹੀ ਇਸੇ ਤਰ੍ਹਾਂ ਨਿਸ਼ਫਲ ਵਿਅਰਥ ਹੈ। ਜੇ ਸਾਧ ਸੰਗਤ ਨਹੀਂ ਕੀਤੀ, ਗੁਰੂ ਦੀ ਸ਼ਰਨ ਗ੍ਰਹਿਣ ਨਹੀਂ ਕੀਤੀ, ਭਾਈ ਗੁਰਦਾਸ ਸਾਹਿਬ ਕਹਿੰਦੇ ਖੱਟਿਆ ਕੀ, ਹੰਕਾਰ ਕਿਸ ਗੱਲ ਦਾ ਹੈ? ਤੇਰੇ ਇਸ ਤਨ ਦਾ, ਇਹਨੂੰ ਕੱਪੜਾ ਲੱਗੇ ਉਹ ਮੈਲਾ ਹੋ ਜਾਂਦਾ ਹੈ। ਸੁਗੰਧੀ ਲਾਈਏ ਤਨ 'ਤੇ, ਉਹ ਵੀ ਕੁਝ ਸਮਾਂ ਰਹਿੰਦੀ ਹੈ, ਦੁਰਗੰਧੀ ਵਿੱਚ ਬਦਲ ਜਾਂਦੀ ਹੈ। ਸਰੀਰ ਦੀਆਂ 9 ਗੋਲਕਾਂ, 9 ਦਰ ਨੇ, 9ਾਂ ਦੇ ਵਿੱਚੋਂ ਹੀ ਮੈਲ ਨਿਕਲਦੀ ਰਹਿੰਦੀ ਹੈ। ਅੱਖਾਂ ਵਿੱਚੋਂ ਵੀ ਗਿੱਡ ਆਉਂਦੀ ਹੈ, ਨੱਕ ਵਿੱਚੋਂ ਵੀ, ਮੁੱਖ ਵਿੱਚੋਂ, ਕੰਨਾਂ 'ਚੋਂ, ਸਰੀਰ ਦੇ ਸਾਰੇ ਦਰਾਂ ਤੋਂ ਮੈਲ ਨਿਕਲਦੀ ਹੈ, ਅਤੇ ਬੰਦਾ ਹੰਕਾਰ ਕਰਦਾ ਇਸ ਸਰੀਰ ਦਾ। ਕਬੀਰ ਗਰਭ ਨ ਕੀਜੀਐ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਹੋਗੇ ਜਿਉਂ ਕਾਂਚੁਰੀ ਭੁਯੰਗ। ਬਾਬਾ ਕਬੀਰ ਸਾਹਿਬ ਕਹਿੰਦੇ ਕਾਹਦਾ ਮਾਣ ਕਰਦਾ ਹੈ? ਹੰਕਾਰ ਸਰੀਰ ਦਾ ਕਰਦਾ, ਹੰਕਾਰ ਨਾ ਕਰ। ਸੋ ਇਹ ਵੇਖਦੇ ਸਹੀ ਹੈ ਕਿ ਤੇਰੇ ਤੋਂ ਚੰਗੇ ਪਸ਼ੂਆਂ ਦੇ ਸਰੀਰ ਨੇ, ਉਹਨਾਂ ਦਾ ਗੋਹਾ ਵੀ ਕਿਸੇ ਕੰਮ ਆ ਜਾਂਦਾ, ਪਾਥੀਆਂ ਬਣਦੀਆਂ ਚੁੱਲ੍ਹਿਆਂ 'ਚ ਬਾਲਦੇ ਆ ਲੋਕ, ਅਤੇ ਤੂੰ ਛੱਤੀ ਪਦਾਰਥ ਦੇ ਖਾਧੇ ਮਲ ਮੂਤਰ ਬਣ ਗਿਆ। ਤੋ ਇਸ ਲਈ ਇਹ ਦੇਹੀ ਜਿਹੜੀ ਹੈ ਨਾ ਅਪਵਿੱਤਰ ਹੈ। ਸਾਧ ਸੰਗਤ ਅਤੇ ਗੁਰੂ ਸ਼ਰਨ ਤੋਂ ਬਿਨਾਂ ਇਹ ਨਿਸ਼ਫਲ ਹੈ। ਸਾਧ ਸੰਗਤ ਗੁਰ ਸਰਣ ਵਿਨ, ਇੱਥੇ ਪਾਠੰਤਰ ਸਰਣ ਦੀ ਥਾਂ 'ਤੇ ਸ਼ਬਦ ਵੀ ਹੈ। ਸਾਧ ਸੰਗਤ ਗੁਰ ਸ਼ਬਦ ਵਿਣ, ਸਾਧ ਸੰਗਤ ਅਤੇ ਗੁਰੂ ਸ਼ਬਦ ਤੋਂ ਬਿਨਾਂ ਇਹ ਦੇਹੀ ਨਿਸ਼ਫਲ ਹੈ। ਚਰਨ ਸਰਣ ਮਸਕੀਨੀ ਜੇਹੀ, ਪਰ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੀ ਸ਼ਰਨ ਲਈ ਹੈ, ਮਸਕੀਨੀ ਗਰੀਬੀ ਧਾਰਨ ਕੀਤੀ ਹੈ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹਨਾਂ ਜਿਹੀ ਸਫਲਤਾ ਹੋਰ ਕਿਸੇ ਵਿੱਚ ਨਹੀਂ ਹੈ। ਭਾਵੇਂ ਉਹ ਰਾਜੇ ਹੋਣ, ਚੱਕਰਵਰਤੀ ਪਾਤਸ਼ਾਹ ਹੋਣ, ਜਿਨ੍ਹਾਂ ਨੇ ਇਹ ਮਨੁੱਖਾ ਦੇਹੀ ਵਿੱਚ ਗੁਰੂ ਚਰਨਾਂ ਦੀ ਸ਼ਰਨ ਲੈ ਲਈ, ਗਰੀਬੀ ਧਾਰਨ ਕਰ ਲਈ, ਉਹ ਸਫਲ ਨੇ, ਉਹਨਾਂ ਦਾ ਸੰਸਾਰ 'ਤੇ ਆਉਣਾ ਸਫਲਾ ਹੈ। 15ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਭਗਤਾਂ ਦੇ ਨਾਵਾਂ ਦਾ ਜ਼ਿਕਰ ਕੀਤਾ, ਰੱਬ ਦੀ ਬੰਦਗੀ ਕਰਨ ਵਾਲੇ। ਹਉਮੈ ਨੂੰ ਮਾਰ ਕੇ ਬੰਦਗੀ ਕਰਕੇ ਇਹ ਦੀਨ ਦੁਨੀ ਵਿੱਚ ਪਰਮੇਸ਼ਰ ਦੇ ਪਿਆਰੇ ਭਗਤ ਪ੍ਰਗਟ ਹੋਏ ਹੈ। ਗੁਰਮੁਖ ਸੁਖ ਫਲ ਪਾਇਆ,
ਸਾਧ ਸੰਗਤ ਗੁਰ ਸਰਣੀ ਆਏ। ਗੁਰ ਸਰਣੀ ਪਾਠ ਹੈ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ, ਜਿਹੜੇ ਗੁਰਮੁਖ ਨੇ ਨਾ, ਉਹਨਾਂ ਨੇ ਸੁਖ ਫਲ ਦੀ ਪ੍ਰਾਪਤੀ ਕੀਤੀ ਹੈ। ਸਾਧ ਸੰਗਤ ਗੁਰ ਸਰਣੀ ਆਏ, ਉਹ ਸਾਧ ਸੰਗਤ ਦੇ ਵਿੱਚ ਗੁਰੂ ਦੀ ਸ਼ਰਨ ਵਿੱਚ ਆਏ ਹੈ, ਤਾਂ ਉਹਨਾਂ ਗੁਰਮੁਖਾਂ ਨੂੰ ਸੁਖ ਮਿਲਿਆ ਹੈ। ਧਰੂ ਪ੍ਰਹਿਲਾਦ ਵਖਾਣੀਆਂ, ਅੰਬਰੀਕ ਬਲ ਭਗਤ ਸਬਾਏ। ਸੋ ਭਗਤ ਧਰੂ ਜੀ, ਭਗਤ ਪ੍ਰਹਿਲਾਦ ਜੀ ਵਖਾਣੀਆਂ, ਇਹ ਕਥਨ ਕੀਤੇ ਜਾਂਦੇ ਹੈ। ਇਸੇ ਤਰ੍ਹਾਂ ਭਗਤ ਅੰਬਰੀਕ ਤੇ ਰਾਜਾ ਬਲ, ਉਹ ਵੀ ਭਗਤ ਹੋਇਆ। ਭਗਤ ਸਬਾਏ, ਇਹ ਸਾਰੇ ਭਗਤ ਨੇ ਪਰਮੇਸ਼ਰ ਦੇ ਹੋਏ। ਸਨਕਾਦਿਕ ਜੈ ਦੇਓ ਜਗ, ਬਾਲਮੀਕ ਸਤ ਸੰਗ ਤਰਾਏ। ਸਨਕਾਦਿਕ, ਬ੍ਰਹਮੇ ਦੇ ਚਾਰੇ ਪੁੱਤਰ ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ, ਇਹ ਵੀ ਸਤ ਸੰਗਤ ਕਰਦੇ ਰਹੇ ਤਾਂ ਤਰੇ ਨੇ। ਸਨਕ ਆਦਿਕ ਤੇ ਭਗਤ ਜੈਦੇਵ ਜੀ, ਜਗਤ ਦੇ ਵਿੱਚ ਬਾਲਮੀਕ ਜੀ, ਸਤ ਸੰਗ ਤਰਾਏ। ਇਹਨਾਂ ਸਾਰਿਆਂ ਭਗਤਾਂ ਨੂੰ ਸਤ ਸੰਗਤ ਨੇ ਤਾਰਿਆ। ਸਤ ਸੰਗਤ ਦੀ ਬਰਕਤ ਦੇ ਨਾਲ ਸੰਸਾਰ ਤੋਂ ਤਰੇ ਨੇ। ਸੋ ਇਹ ਜਿਹੜੀ ਪੰਕਤੀ ਹੈ ਨਾ, ਸਨਕਾਦਿਕ ਜੈ ਦੇਓ ਜਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਪ੍ਰਕਾਸ਼ਿਤ ਹਨ, ਉੱਥੇ ਜਨਕਾਦਿਕ ਪਾਠ ਹੈ। ਇਹ ਵਿਦਿਆਰਥੀਆਂ ਲਈ ਖਾਸ ਕਰਕੇ ਬੇਨਤੀ ਹੁੰਦੀ ਹੈ, ਪਾਠੰਤਰ ਹੁੰਦੇ ਨੇ। ਜਨਕਾਦਿਕ, ਰਾਜਾ ਜਨਕ ਜਿਹੜਾ ਪਰਮੇਸ਼ਰ ਦਾ ਭਗਤ ਹੋਇਆ। ਸੋ ਸਨਕਾਦਿਕ, ਜਨਕਾਦਿਕ ਇਹ ਪਾਠੰਤਰ ਹੈ। ਜਨਕ ਇਤਿਆਦਿਕ ਭਗਤ ਜੈਦੇਵ ਜੀ, ਬਾਲਮੀਕ ਜੀ, ਇਹ ਸਾਰੇ ਸਤ ਸੰਗਤ ਕਰਕੇ ਤਰੇ ਹੈ। ਬੇਣ ਤਿਲੋਚਨ ਨਾਮ ਦਿਓ, ਧੰਨਾ ਸਦਨਾ ਭਗਤ ਸਦਾਏ। ਬੇਣੀ ਜੀ, ਤ੍ਰਿਲੋਚਨ ਜੀ, ਨਾਮਦੇਵ ਜੀ, ਧੰਨਾ ਜੀ, ਸਦਨਾ ਜੀ, ਕੌਣ ਨੇ ਇਹ? ਭਗਤ ਸਦਾਏ। ਇਹ ਸਾਰੇ ਹੀ ਭਗਤ ਸਦਾਏ ਹੈ। ਸਾਰੇ ਹੀ ਇਹ ਭਗਤ ਨੇ। ਭਗਤੀ ਕੀਤੀ ਤਾਂ ਇਹਨਾਂ ਨੂੰ ਸਾਰੇ ਹੀ ਭਗਤ, ਬੇਣੀ ਜੀ, ਭਗਤ ਤ੍ਰਿਲੋਚਨ ਜੀ, ਭਗਤ ਨਾਮਦੇਵ ਜੀ, ਭਗਤ ਧੰਨਾ ਜੀ, ਭਗਤ ਸਦਨਾ ਜੀ ਕਹਿੰਦੇ ਹੈ। ਭਗਤੀ ਕਰਕੇ ਹੀ ਇਹ ਸਾਰੇ ਉੱਚ ਪਦਵੀਆਂ 'ਤੇ ਪਹੁੰਚੇ ਹੈ। ਭਗਤ ਕਬੀਰ ਵਖਾਣੀਐ, ਜਨ ਰਵਿਦਾਸ ਬਿਦਰ ਗੁਰ ਭਾਏ। ਭਾਈ ਗੁਰਦਾਸ ਜੀ ਕਹਿੰਦੇ ਕਬੀਰ ਨੂੰ ਭਗਤ ਕਿਹਾ ਜਾਂਦਾ ਹੈ। ਭਗਤ ਕਬੀਰ ਵਖਾਣੀਐ, ਕਬੀਰ ਨੂੰ ਸਾਰੇ ਭਗਤ ਕਹਿੰਦੇ ਆ, ਭਗਤੀ ਕੀਤੀ। ਜਨ ਰਵਿਦਾਸ, ਤੇ ਰਵਿਦਾਸ ਜੀ ਜਨ ਹਨ, ਰੱਬ ਦੇ ਸੱਚੇ ਸੇਵਕ ਹਨ। ਬਿਦਰ ਗੁਰ ਭਾਏ, ਤੇ ਬਿਦਰ ਜੋ ਦਾਸੀ ਪੁੱਤਰ ਸੀ, ਕ੍ਰਿਸ਼ਨ ਜੀ ਬਿਦਰ ਘਰੇ ਗਏ ਸੀ, ਦੁਰਯੋਧਨ ਕੋਲ ਨਹੀਂ ਗਏ, ਸੋ ਉਹ ਭਗਤ। ਸੋ ਇਹ ਸਾਰੇ ਹੀ ਗੁਰੂ ਨੂੰ ਭਾਏ ਆ। ਜਿੰਨੇ ਭਗਤ ਨੇ ਨਾ, ਸਾਰੇ ਗੁਰੂ ਨੂੰ ਚੰਗੇ ਲੱਗੇ ਹੈ। ਜਾਤ ਅਜਾਤ ਸਨਾਤ ਵਿੱਚ, ਗੁਰਮੁਖ ਚਰਨ ਕਵਲ ਚਿਤ ਲਾਏ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿੰਨੇ ਵੀ ਮੈਂ ਗਿਣ ਰਿਹਾ ਹਾਂ, ਗਿਣੇ ਨੇ, ਇਹ ਸਾਰੇ ਦੁਨੀਆ ਵਿੱਚ ਕਹੀਆਂ ਜਾਂਦੀਆਂ ਕਈ ਉੱਚ ਜਾਤੀਆਂ ਵਿੱਚੋਂ ਸਨ, ਕਈ ਨੀਵੀਆਂ ਜਾਤੀਆਂ ਵਿੱਚੋਂ ਸਨ, ਕਈ ਸਨਾਤ ਬਹੁਤੀਆਂ ਨੀਵੀਆਂ ਜਾਤੀਆਂ ਵਿੱਚੋਂ ਸਨ, ਪਰ ਇਹ ਸਾਰੇ ਹੀ ਗੁਰਮੁਖ ਸੀ। ਗੁਰਮੁਖ ਚਰਨ ਕਵਲ ਚਿਤ ਲਾਏ। ਇਹਨਾਂ ਨੇ ਗੁਰਮੁਖ ਬਣ ਕੇ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਨਾਲ ਚਿੱਤ ਲਾਇਆ, ਅਤੇ ਲੋਕ ਅੱਜ ਇਹਨਾਂ ਦੇ ਚਰਨੀ ਲੱਗਦੇ ਹੈ। ਲੋਕ ਉਦੋਂ ਨੀਵੀਂ ਜਾਤ ਵਾਲਾ ਕਹਿ ਕੇ ਦੁਰਕਾਰਦੇ ਸੀ, ਅੱਜ ਨਮਸਕਾਰਾਂ ਕਰਦੇ ਹੈ। ਸੋ ਭਗਤੀ ਅਤੇ ਨਾਮ ਦਾ ਤੇਜ ਪ੍ਰਤਾਪ ਹੈ। ਹਉ ਮੈਂ ਮਾਰੀ ਪ੍ਰਗਟੀ ਆਏ। ਇਹਨਾਂ ਸਾਰਿਆਂ ਪਰਮੇਸ਼ਰ ਦੇ ਪਿਆਰਿਆਂ ਨੇ ਹਉਮੈ ਮਾਰੀ ਹੈ, ਨਾਮ ਜਪਿਆ, ਅਤੇ ਸੰਸਾਰ ਦੇ ਵਿੱਚ ਇਹ ਪ੍ਰਗਟ ਹੋ ਗਏ ਹੈ। ਸੋ ਹਉਮੈ ਰੋਗ ਤੋਂ ਛੁਟਕਾਰਾ ਪਾ ਕੇ ਨਾਮ ਜਪ ਕੇ ਹੀ ਪ੍ਰਭੂ ਦੇ ਦਰ 'ਤੇ ਪ੍ਰਵਾਨ ਹੋਇਆ ਜਾਂਦਾ ਹੈ। ਸਤਿਗੁਰੂ ਮਿਹਰ ਕਰਨ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ, ਅਗਾਂਹ ਵਾਸਤੇ ਸੁਮਤ ਬਖਸ਼ਣੀ। ਜਾਤ ਅਜਾਤ ਸਨਾਤ ਵਿੱਚ, ਗੁਰਮੁਖ ਚਰਨ ਕਵਲ ਚਿਤ ਲਾਏ। ਹਉਮੈ ਮਾਰੀ ਪ੍ਰਗਟੀ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।